ਕਿਸਾਨੀ ਸੰਘਰਸ਼ ਸਾਨੂੰ ਬਹੁਤ ਕੁਝ ਦੇ ਰਿਹਾ, ਇਹਦੀਆਂ ਪ੍ਰਾਪਤੀਆਂ ਬਹੁਤ ਹੈ। ਹਾਲਾਂਕਿ ਅਲਟੀਮੇਟ ਲੜਾਈ ਸਾਡੀ ਕੇਂਦਰ ਦੇ ਨਾਲ ਹੈ ਔਰ ਇਹ ਲੜਾਈ ਲਗਾਤਾਰ ਜਾਰੀ ਹੈ। ਪਰ ਇਸ ਸੰਘਰਸ਼ ਦੇ ਵਿੱਚੋਂ ਬਹੁਤ ਛੋਟੇ-ਛੋਟੇ ਪੋਜ਼ਿਟਿਵਸ ਕੱਢਣੇ ਹੋਣ ਤਾਂ ਉਹਨਾਂ ਚੋਂ ਇੱਕ ਇਹ ਹੈ ਕਿ ਨੌਜਵਾਨ ਜਿਹੜਾ ਉਹ ਮੂਹਰੇ ਆ ਰਿਹਾ ਹੈ। ਪੰਜਾਬ ਦੀ ਸਿਆਸਤ ਜਾਂ ਪੰਜਾਬ ਦੀ ਮੁੱਖ ਧਾਰਾ ਦੇ ਵਿੱਚ ਕੁਝ ਖਾਸ ਘਰਾਂ ਦਾ ਹਮੇਸ਼ਾ ਜ਼ੋਰ ਰਿਹਾ ਹੈ, ਪਰ ਉਹਨਾਂ ਨੂੰ ਤੋੜਨ ਵਾਸਤੇ ਹਮੇਸ਼ਾ ਲੋੜ ਰਹੀ ਹੈ ਕਿ ਨੌਜਵਾਨ ਮੂਹਰੇ ਆਵੇ ਜੋ ਰਿਪਰੈਜ਼ੈਂਟ ਕਰੇ ਆ ਕੇ। ਐਸਾ ਹੀ ਇੱਕ ਨੌਜਵਾਨ ਸੁਖਜੀਤ ਸਿੰਘ ਹੈ, ਆਸਟ੍ਰੇਲੀਆ ਤੋਂ ਵਾਪਸ ਪਰਤਿਆ 6 ਸਾਲ ਬਾਅਦ ਔਰ ਜੜ੍ਹਾਂ ਦੇ ਨਾਲ ਜੁੜਿਆ ਹੋਇਆ ਨੌਜਵਾਨ ਹੈ। ਸਟੂਡੈਂਟ ਜਿਹੜੀ ਪੋਲਿਟਿਕਸ ਹੈ ਉਹਦੇ ਚੋਂ ਨਿਕਲਿਆ ਹੋਇਆ ਚਿਹਰਾ ਹੈ। ਪੰਜਾਬ ਯੂਨੀਵਰਸਿਟੀ ਦਾ ਪੂਸੂ ਦਾ ਪ੍ਰੈਜ਼ੀਡੈਂਟ ਰਿਹਾ 2 ਸਾਲ ਇਹ ਨੌਜਵਾਨ, ਔਰ ਅੱਜ ਕੱਲ੍ਹ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਅਣਮੁੱਲਾ ਜਿਹੜਾ ਯੋਗਦਾਨ ਉਹ ਪਾ ਰਿਹਾ। ਉਹ ਅਵੇਅਰ ਕਰ ਰਿਹਾ ਕਿਸਾਨ ਨੂੰ ਪਿੰਡ-ਪਿੰਡ ਜਾ ਕੇ ਕਿ ਇਹਦਾ ਨੁਕਸਾਨ ਕੀ ਹੈ। ਸੁਖਜੀਤ ਸਿੰਘ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਸਾਰੇ ਦੋਸਤਾਂ ਦਾ, ਸਾਰੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ, ਗੁਰਫਤਿਹ। ਕਿਸ ਤਰ੍ਹਾਂ ਸਮਝਾ ਰਹੇ ਹੋ, ਕਿਸ ਤਰ੍ਹਾਂ ਇਹ ਸਾਰੇ ਜਿਹੜੇ ਕਾਨੂੰਨ ਆਏ ਹੈ ਘਰ ਘਰ ਤੱਕ ਕਿਵੇਂ ਲੈ ਕੇ ਜਾ ਰਹੇ ਹੋ, ਤੁਹਾਡੀ ਸਮਝ ਕੀ ਕਹਿੰਦੀ ਹੈ? ਦੇਖੋ ਜੀ, ਜੇ ਆਪਾਂ ਬੇਸਿਕ ਲੈਵਲ ਤੋਂ ਕਿਸਾਨ ਦੀ ਗੱਲ ਕਰੀਏ, ਕਿਸਾਨ ਨੂੰ ਕੁਝ ਹੋਰ ਚਾਹੀਦਾ ਸੀ। ਜੇ ਆਪਾਂ ਪੋਜ਼ਿਟਿਵਲੀ ਗੱਲ ਕਰੀਏ ਤਾਂ ਸਾਡੇ ਕੋਲੇ ਸਵਾਮੀਨਾਥਨ ਰਿਪੋਰਟ ਜਿਹਦਾ ਅਸੀਂ ਬਹੁਤ ਟਾਈਮ ਤੋਂ ਰੌਲਾ ਪਾ ਰਹੇ ਹਾਂ, ਗੱਲ ਕਿਹੜੀ ਉਧਰ ਨੂੰ ਜਾਣੀ ਚਾਹੀਦੀ ਸੀ ਕਿ ਗੱਲ ਰਿਵਰਸ ਗੇਅਰ ਪੈ ਚੁੱਕਿਆ ਔਰ ਵਾਪਸ ਨੂੰ ਜਾ ਰਹੀ ਹੈਗੀ। ਕਿੱਥੇ ਤਾਂ ਸਾਡੇ ਪਿੰਡਾਂ ਨੂੰ ਸਟੇਟ ਤੋਂ ਵੀ ਨੀਚੇ ਆ ਕੇ ਸਾਡੇ ਪਿੰਡਾਂ ਤੱਕ ਸਾਡੀਆਂ ਫਸਲਾਂ ਦੇ ਸਾਡੇ ਕੋਲੇ ਅਧਿਕਾਰ ਹੋਣੇ ਚਾਹੀਦੇ ਸੀ। ਕਿੱਥੇ ਇਹਨਾਂ ਨੇ ਸਾਰਾ ਜਿਹੜਾ ਤਾਣਾ ਪਿੱਟਾ ਚੱਕ ਕੇ ਇੱਕ ਸੈਂਟਰ ਤੱਕ ਲੈ ਗਏ ਹੈਗੇ। ਉਹ ਚੀਜ਼ ਪੋਸੀਬਲ ਨਹੀਂ ਹੈਗੀ ਗਰਾਊਂਡ ਰਿਐਲਿਟੀ ਦੇ ਉੱਤੇ। ਇਸ ਚੀਜ਼ ਦਾ, ਇਹਨਾਂ ਆਰਡੀਨੈਂਸਾਂ ਦਾ ਕੋਈ ਆਧਾਰ ਨਹੀਂ ਹੈਗਾ ਗਾ। ਜੇ ਦੇਖਿਆ ਜਾਵੇ ਧੱਕੇ ਨਾਲ ਉਹ ਜੋ ਮਰਜ਼ੀ ਕੁਛ ਕਰੀ ਜਾਣ, ਪਰ ਐਕਸੈਪਟੇਬਲ ਨਹੀਂ ਹੈਗੀਆਂ ਇਹ ਚੀਜ਼ਾਂ। ਪ੍ਰਾਈਵੇਟ ਸੈਕਟਰ ਦੇ ਖਿਲਾਫ ਬੜਾ ਵਿਦਰੋਹ ਤੇ ਰੋਸ ਹੋ ਰਿਹਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਵਾਕਿਆ ਹੀ ਪ੍ਰਾਈਵੇਟ ਫਰਮਾਂ ਅਡਾਨੀ ਅੰਬਾਨੀ ਆ ਕੇ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰ ਲੈਣਗੇ? ਹਾਂਜੀ, ਜੋ ਦੇਖੀਏ ਆਪਾਂ ਇਹਨਾਂ ਦੀ ਹਿਸਟਰੀ ਲੈ ਕੇ ਚੱਲੀਏ, ਚਾਹੇ ਤਾਂ ਉਹ ਬਾਹਰਲੀਆਂ ਕੰਟਰੀਆਂ ਦੇ ਵਿੱਚ ਹੋਵੇ ਚਾਹੇ ਇੱਥੇ ਵੀ ਹੋਵੇ, ਉਹ ਚੀਜ਼ ਬਕਾਇਦਾ ਇਹ ਪ੍ਰੋਪਰ ਤਰੀਕੇ ਦੇ ਨਾਲ ਕਰਨਗੇ ਕਿਉਂਕਿ ਉਹਨਾਂ ਦੀ ਨੀਅਤ ਹੈ ਇਸ ਚੀਜ਼ ਨੂੰ ਕਰਨ ਦੀ। ਕਿਉਂਕਿ ਜੋ ਉਹਨਾਂ ਨੇ ਜਿਹੜੇ ਵੀ ਅੱਖਰ ਲਿਖੇ ਆ ਇਸ ਆਰਡੀਨੈਂਸ ਦੇ ਵਿੱਚ, ਜੋ ਵੀ ਪ੍ਰੋਵੀਜ਼ਨਸ ਪਾਈਆਂ ਗਈਆਂ ਨੇ, ਉਹ ਇਸ ਚੀਜ਼ ਵੱਲ ਸੰਕੇਤ ਕਰਦੀਆਂ ਨੇ ਕਿ ਉਹਨਾਂ ਦੀ ਨੀਅਤ ਦੇ ਵਿੱਚ ਇਹ ਚੀਜ਼ ਹੈਗੀ ਕਿ ਉਹਨਾਂ ਨੇ ਕੱਲ੍ਹ ਨੂੰ ਆ ਕੇ ਹੌਲੀ ਹੌਲੀ ਕਿਸਾਨ ਨੂੰ ਲਾਲਚ ਵਸ ਪਾ ਕੇ ਉਹਨੂੰ ਮਜਬੂਰ ਕਰਕੇ ਉਹ ਤੋਂ ਹੌਲੀ ਹੌਲੀ ਇਹ ਚੀਜ਼ ਹਥਿਆ ਲੈਣੀ ਹੈਗੀ ਜੋ ਬਾਅਦ ਦੇ ਵਿੱਚ ਸਾਡੇ ਕਦੇ ਹੱਥ ਨਹੀਂ ਆਊਗੀ। ਔਰ ਉਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਛੋਟੀ ਜੀ ਕਿ ਮੈਂ ਤਲਵੰਡੀ ਸਾਬੋ ਤੋਂ ਬਿਲੋਂਗ ਕਰਦਾ ਤੇ ਤਲਵੰਡੀ ਸਾਬੋ ਇੱਕ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਬਣੀ ਹੋਈ ਹੈ। ਐਡਾ ਵੱਡਾ ਅਦਾਰਾ ਹੈ ਉਹ, ਸੈਂਟਰ ਔਰ ਸਾਡੀ ਜਿਹੜੀ ਗਵਰਨਮੈਂਟ ਹੈਗੀ ਉਹਦੇ ਵਿੱਚ ਸ਼ੇਅਰ ਹੈਗਾ ਗਾ 51% ਔਰ ਉਹਦਾ 49% ਜਿਹੜਾ ਸ਼ੇਅਰ ਪ੍ਰਾਈਵੇਟ ਸੈਕਟਰ ਦਾ ਹੈਗਾ। ਔਰ ਉੱਥੇ ਵੀ ਕੀ ਹੋ ਰਿਹਾ ਹੈਗਾ ਕਿ ਲੋਕਾਂ ਦਾ ਘਾਣ ਹੋ ਰਿਹਾ। ਦੇਖੋ ਐਡਾ ਵੱਡਾ ਅਦਾਰਾ, ਕਿੱਡਾ ਵੱਡਾ ਉਹਨਾਂ ਦਾ ਬਜਟ ਹੈ ਔਰ ਲੋਕਾਂ ਨੂੰ, ਵੀਰ ਜੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਿ 20-25 ਹਜ਼ਾਰ ਰੁਪਇਆ ਉਹ ਉਹਨਾਂ ਦੇ ਅਕਾਊਂਟ ਦੇ ਵਿੱਚ ਪਾਉਂਦੇ ਆ। ਜੋ ਕੋਈ ਡਰਾਈਵਿੰਗ ਦੀ ਜੌਬ ਕਰਦਾ, ਕਿਸ ਤਰੀਕੇ ਦੀ ਵੀ ਜੌਬ ਕਰਦਾ ਹੈ, ਔਰ ਉਹਨਾਂ ਤੋਂ ਰਿਟਰਨ ਦੇ ਵਿੱਚ ਦੂਸਰੇ ਦਿਨ ਹੀ 10 ਜਾਂ 12 ਹਜ਼ਾਰ ਰੁਪਇਆ ਇਨ ਕੈਸ਼ ਫੜ ਲੈਂਦੇ ਹੈਗੇ। ਤਾਂ ਮਤਲਬ ਦਿਖਾਉਣ ਦੇ ਲਈ ਗੱਲ ਕੀ ਹੋ ਰਹੀ ਹੈਗੀ ਕਿ ਗੱਲ ਹੋ ਰਹੀ ਹੈ ਕਿ ਦੇਖੋ ਜੀ 24,000 ਰੁਪਏ ਅਸੀਂ ਪੇ ਕਰ ਰਹੇ ਹਾਂ, ਪਰ ਐਕਚੁਅਲ ਦੇ ਵਿੱਚ ਕੀ ਹੈ। ਔਰ ਜੇ ਕੋਈ ਬੋਲਦਾ ਹੈਗਾ ਤਾਂ ਉਹਦਾ ਮਤਲਬ ਕਿ ਉਹਨਾਂ ਨੂੰ ਉਹ ਮਤਲਬ ਕਿ ਕਹਿ ਦਿੰਦੇ ਆ ਕਿ ਨਹੀਂ ਜੀ ਇਹ ਸਾਡੇ ਸੂਟ ਨਹੀਂ ਪੈਂਦਾ, ਉਹਨੂੰ ਬਾਹਰ ਕੋਈ ਵੀ ਬਹਾਨਾ ਬਣਾ ਕੇ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ। ਉੱਥੇ ਕੋਈ ਸੁਣਵਾਈ ਨਹੀਂ ਹੈਗੀ। ਦੂਸਰੀ ਇੱਕ ਬਹੁਤ ਜਿਹੜੇ ਉਹ ਲੋਕ ਨੇ, ਮੈਂ ਗੱਲ ਕੰਟੀਨਿਊ ਤੁਸੀਂ ਕਰ ਲਿਓ, ਉਹ ਫਿਰ ਬੋਲਦੇ ਕਿਉਂ ਨਹੀਂਗੇ? ਜੇ ਕਿਸੇ ਨਾਲ ਇਸ ਤਰ੍ਹਾਂ ਹੋਇਆ ਵੀ ਰਿਫਾਈਨਰੀ, ਗੁਰੂ ਗੋਬਿੰਦ ਸਿੰਘ ਰਿਫਾਈਨਰੀ 'ਚ 25,000 ਰੁਪਇਆ ਦੇ ਕੇ 12,000 ਵਾਪਸ ਲੈ ਲਿਆ ਜਾਂਦਾ ਕਿਸੇ ਤੋਂ, ਤਾਂ ਹੁਣ ਤੱਕ ਉਹਦਾ ਰੌਲਾ ਕਿਉਂ ਨਹੀਂ ਪਿਆ? ਅੱਛਾ ਜੀ, ਹੁਣ ਇਹ ਗੱਲ ਇਹ ਇੱਦਾਂ ਹੀ ਹੈ ਜੀ ਕਿ ਜਿਵੇਂ ਆਪਾਂ ਹੁਣ ਅੱਜ ਸਾਰਾ ਪੰਜਾਬ ਉੱਠ ਕੇ ਬੱਚਾ ਸੜਕਾਂ 'ਤੇ ਆ ਗਿਆ ਹੈਗਾ, ਉਦੋਂ ਪਹਿਲਾਂ ਇਹ ਚੀਜ਼ਾਂ ਸਾਡੇ ਵੀ ਸਾਹਮਣੇ ਨਹੀਂ ਆਈਆਂ। ਹੋਇਆ ਕਿ ਮੈਂ ਰਿਫਾਈਨਰੀ ਅਸੀਂ ਉਹਦੀਆਂ ਕਣਕਵਾਲ ਪਿੰਡ ਅਸੀਂ 2 ਲਾਈਨਾਂ ਉਹਦੀਆਂ ਬੰਦ ਕੀਤੀਆਂ ਸੀ ਤਾਂ ਉਸ ਦਿਨ ਮੈਨੂੰ ਕੁਝ ਸੱਜਣ ਮਿਲੇ, ਉਹਨਾਂ ਨੇ ਇਹ ਗੱਲ ਬਾਹਰ ਕੱਢੀ ਕਿ ਅਸੀਂ ਵੀ ਉਹਨਾਂ ਨੂੰ, ਮੈਂ ਇਹੀ ਸਵਾਲ ਪੁੱਛਿਆ ਜੋ ਤੁਸੀਂ ਮੈਨੂੰ ਸਵਾਲ ਕੀਤਾ ਕਿ ਅਸੀਂ ਇੱਥੇ ਆਉਂਦੇ ਰਹੇ ਹਾਂ ਪਹਿਲਾਂ ਕਾਫੀ ਵਾਰ, ਰਿਫਾਈਨਰੀ ਦਾ ਸਬੱਬ ਬਣਿਆ, ਉੱਥੇ ਜਾ ਕੇ ਕੁਝ ਕੰਮ ਹੋਰ ਵੀ ਸਾਨੂੰ ਕਰਨੇ ਪਏ। ਅਸੀਂ ਆਖਿਆ ਤੁਸੀਂ ਸਾਡੇ ਕੋਲ ਪਹਿਲਾਂ ਇਹ ਗੱਲ ਕਿਉਂ ਨਹੀਂ ਕੀਤੀ? ਤਾਂ ਉਹਨਾਂ ਦਾ ਇਹੀ ਜਵਾਬ ਸੀ ਕਿ ਅਸੀਂ ਕਰ ਨਹੀਂ ਸਕਦੇਗੇ ਕਿਉਂਕਿ ਸਾਡੀ ਜਿਹੜੀ ਜੌਬ ਸਿਕਿਉਰਿਟੀ ਆ ਪ੍ਰਾਈਵੇਟ ਸੈਕਟਰ ਦੇ ਵਿੱਚ ਬਿਲਕੁਲ ਨਿਲ ਹੈਗੀ ਔਰ ਸਾਨੂੰ ਕਿਸੇ ਵੀ ਟਾਈਮ ਉਹ ਚੱਕ ਕੇ ਉਹ ਬਾਹਰ ਮਾਰਨਗੇ। ਜੇ ਇੱਕ ਦੇਖੋਗੀ, ਮੇਰਾ ਇੱਕ ਦੋਸਤ ਸੀ ਔਰ ਉਹਨੂੰ ਨਾ ਪਾਇਆ ਕੀ ਗਿਆ ਕਿ ਉਹ ਰਿਫਾਈਨਰੀ ਦੇ ਗੇਟ ਦੇ ਅੱਗੇ ਧਰਨਾ ਲਾ ਰਿਹਾ ਸੀ, ਪ੍ਰੋਟੈਸਟ ਕਰ ਰਿਹਾ ਸੀ ਐਜ਼ ਏ
ਜੋ ਵੀ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ, ਦੇਖੋ ਪ੍ਰੋਟੈਸਟ ਕਰਨਾ ਆਪਣਾ ਅਧਿਕਾਰ ਹੈ, ਸਾਨੂੰ ਸਾਡੇ ਕਾਨੂੰਨ ਨੇ ਦਿੱਤਾ ਹੈ। ਔਰ ਦੇਖੋ ਉਹਨਾਂ ਨੇ ਦੇਖ ਲਿਆ, ਉਹਨੂੰ ਪਿਨ ਪੁਆਇੰਟ ਕੀਤਾ ਔਰ ਉਸ ਬੰਦੇ ਨੂੰ ਨਾ ਉਹਨਾਂ ਨੇ ਬੈਨ ਕਰਤਾ 3 ਸਾਲ ਦੇ ਲਈ। ਤਾਂ ਅੱਜ ਇੱਕ ਨੌਜਵਾਨ ਦੇ ਲਈ 20,000 10,000 ਦੀ ਇੱਕ ਨੌਕਰੀ ਇੱਕ ਬਹੁਤ ਵੱਡੀ ਚੀਜ਼ ਹੈ, ਕਿਉਂਕਿ ਹਰ ਪਾਸੇ ਕਿਉਂਕਿ ਸਰਕਾਰੀ ਅਦਾਰੇ ਤਾਂ ਬਿਲਕੁਲ ਬੰਦ ਹੋਣ ਦੇ ਤਾਦਾਦ ਤੇ ਖੜੇ ਹੈ। ਤਾਂ ਦੇਖੋ ਲੋਕਾਂ ਨੂੰ ਮਜਬੂਰ ਕੀਤਾ ਜਾਂਦਾ, ਡਰਾਇਆ ਜਾਂਦਾ। ਇਹ ਪ੍ਰਾਈਵੇਟ ਸੈਕਟਰ ਦਾ ਇੱਕ ਮਤਲਬ ਕਿ ਵੀ ਜਿਹੜਾ ਮਾੜਾ ਪੱਖ ਹੈ। ਇੱਕ ਜਿਹੜੀ ਮੇਨ ਪੁਆਇੰਟ ਗੱਲ ਕਰਨ ਵਾਲੀ ਹੈ ਨਾ, ਕਿ ਉੱਥੋਂ ਕਈ ਪਿੰਡ ਅਸੀਂ ਉੱਥੋਂ ਰਿਫਾਈਨਰੀ ਨੇ ਉਜਾੜਤੇ। ਇੱਕ ਛੋਟੀ ਜਿਹੀ ਮੈਂ ਚੀਜ਼ ਐਡ ਕਰਨੀ ਚਾਹੂੰਗਾ, ਜਦੋਂ ਪ੍ਰਾਈਵੇਟ ਸੈਕਟਰ ਦੀ ਗੱਲ ਆਉਂਦੀ ਹੈ ਨਾ, ਪੰਜਾਬੀ ਹੈ ਜਿਹੜੇ ਉਹ ਇਕੱਲੇ ਅੰਬਾਨੀ ਤੇ ਅੰਡਾਨੀਆਂ ਦੀ ਹੀ ਗੱਲ ਕਰਦੇ ਆ। ਰੌਲਾ ਇਹ ਹੈਗਾ ਕਿ ਪ੍ਰਾਈਵੇਟ ਸੈਕਟਰ ਹੈ ਨਾ ਜਿਹੜਾ, ਇਹ ਸਾਰਾ ਇੱਕੋ ਹੀ ਹੈ। ਸਿਸਟਮ ਕੀ ਹੈ ਇਹਨਾਂ ਦਾ, ਇੱਕ ਡਿਸਿਪਲਿਨ ਬਣਿਆ ਹੋਇਆ ਹੈ, ਉਹ ਤੋਂ ਬਾਹਰ ਨਹੀਂ ਜਾਂਦਾ ਪ੍ਰਾਈਵੇਟ ਸੈਕਟਰ। ਜਦੋਂ ਵੀ ਐਕਸ਼ਨ ਕਰਦੇ ਆ ਤਾਂ ਉਹਨਾਂ ਦੇ ਐਕਸ਼ਨ ਹੈ ਨਾ ਜਿਹੜਾ, ਉਹ ਇੱਕ ਲਾਈਨ ਦੇ ਵਿੱਚ ਹੀ ਕਰਦੇ ਨੇ। ਜਦੋਂ ਮਤਲਬ ਕਿ ਉਹਨਾਂ ਨੇ ਇੱਥੇ ਆਏ ਨਾ, ਤਾਂ ਇੱਥੇ ਜਦੋਂ ਕਾਫੀ ਪਿੰਡ ਉਜਾੜ ਦਿੱਤੇ ਗਏ, 21-2200 ਕਿੱਲਾ ਉਹਨਾਂ ਨੇ ਐਕਵਾਇਰ ਕੀਤਾ। ਹਜੇ ਹੋਰ ਸੁਣਨ ਦੇ ਵਿੱਚ ਆ ਰਿਹਾ ਕਿ 4-5 ਹਜ਼ਾਰ ਏਕੜ ਉਪਜਾਊ ਜ਼ਮੀਨ ਹੈ ਨਾ ਜਿਹੜੀ, ਉਹਨਾਂ ਨੇ ਐਕਵਾਇਰ ਕਰਨੀ ਹੈਗੀ। ਕਾਫੀ ਹੋਰ ਪਿੰਡਾਂ ਦਾ ਉਜਾੜਾ ਹੋ ਜਾਣਾ ਹੈ ਉੱਥੋਂ। ਉੱਥੇ ਕੀ ਦੇਖਣ ਦੇ ਵਿੱਚ ਆਇਆ ਕਿ ਉਦੋਂ ਜਦੋਂ ਇਹ ਰਿਫਾਈਨਰੀ ਬਣੀ ਸੀ ਤਾਂ ਉਹਦੇ 'ਚ ਇਹ ਆਏ ਸੀ ਕਿ 2% ਅਸੀਂ ਪ੍ਰੋਫਿਟ ਦਾ ਇਸ ਏਰੀਆ ਦੇ ਵਿੱਚ ਲਾਇਆ ਕਰਾਂਗੇ ਡਿਵੈਲਪਮੈਂਟ ਲਈ, ਜਾਂ ਉਸ ਏਰੀਆ ਦੇ ਵਿੱਚ ਜਿਸ ਚੀਜ਼ ਦੀ ਵੀ ਰਿਕੁਆਇਰਮੈਂਟ ਹੋਊ ਲੋਕਾਂ ਦੇ ਹਿਸਾਬ ਦੇ ਨਾਲ ਉਹ ਚੀਜ਼ ਲੱਗੂਗੀ। ਦੇਖੋ ਵੀਰ ਜੀ, ਤੁਸੀਂ ਵੀ ਜਾਣਦੇ ਹੋ ਕਿ ਇੱਕ ਰਿਫਾਈਨਰੀ ਐਡਾ ਵੱਡਾ ਅਦਾਰਾ ਹੈ, ਕਰੋੜਾਂ ਰੁਪਈਆਂ ਦੇ ਵਿੱਚ ਬਜਟ ਹੈ। ਜੇ ਅਸੀਂ ਲਾਈਏ ਮਹੀਨੇ ਦਾ ਤੇ ਕਰੋੜਾਂ ਰੁਪਈਆ ਹੀ ਬਣਦੇ ਆ 2% ਸਾਡੇ। ਤਾਂ ਉਸ 2% ਦੇ ਵਿੱਚ ਇਸ ਕਾਰਪੋਰੇਟ ਸੈਕਟਰ ਜੋ ਰਿਫਾਈਨਰੀ ਹੈ ਸਟੀਲ ਕਿੰਗ ਮਿੱਤਲ ਦੀ ਹੈ, ਤਾਂ ਉੱਥੇ ਵੀਰ ਜੀ ਕੀ ਹੁੰਦਾ ਨਾ ਕਿ ਥੋੜੇ ਜਿਹੇ ਸਾਡੇ ਉਹਨਾਂ ਨੇ ਧਾਰਮਿਕ ਸਥਾਨ ਦੇਖ ਲਏ ਹੈਗੇ, ਉੱਥੇ ਕਦੇ ਉੱਥੇ ਲੱਕੜਾਂ ਸੁੱਟ ਆਉਂਦੇ ਹੈਗੇ ਕਿਸੇ ਡੇਰੇ ਦੇ ਵਿੱਚ, ਤਾਂ ਉਹ 2% ਉਹ ਸਾਨੂੰ ਇਸ ਤਰੀਕੇ ਨਾਲ ਦੇ ਰਹੇ ਆ। ਕਹੀ ਹੋਈ ਗੱਲ, ਕਾਨੂੰਨ ਬਣਿਆ ਹੋਇਆ ਕਿ 2% ਲਾਉਣਾ ਹੈ, ਤਾਂ ਸਾਨੂੰ ਉਹ ਲੋਕ ਆਪ ਦਾ ਪੱਲਾ ਨਹੀਂ ਫੜਾ ਰਹੇਗੇ। ਤੇ ਇਸ ਕਾਨੂੰਨ ਦੇ ਵਿੱਚ ਤਾਂ ਕਿੰਨੀਆਂ ਹੀ ਐਸੀਆਂ ਚੀਜ਼ਾਂ ਨੇ ਜਿਸ ਦੇ ਵਿੱਚ ਕਿ ਕਿਸਾਨ ਦੇ ਹਿੱਤ ਦੀ ਕੋਈ ਗੱਲ ਹੈ ਹੀ ਨਹੀਂਗੀ। ਤਾਂ ਅਸੀਂ ਕਿਵੇਂ ਇਹ ਚੀਜ਼ ਕਰ ਸਕਦੇ ਹਾਂ ਕਿ ਸਾਨੂੰ ਉਹਨਾਂ ਤੋਂ ਫਿਰ ਦੇਖੋ, ਜੇ ਉਹ ਲੋਕ ਕਾਣੇ ਹੈਗੇ, ਜੇ ਉਹਨਾਂ ਲੋਕਾਂ ਦੇ ਵਿੱਚ ਕੋਈ ਕਮੀ ਹੈ ਤਾਂ ਉਹ ਸਾਡੇ ਸਾਹਮਣੇ ਨਹੀਂ ਆ ਰਹੇਗੇ, ਸਾਨੂੰ ਉੱਥੇ ਜਾਣ ਨਹੀਂ ਦੇ ਰਹੇਗੇ। ਮੀਡੀਆ ਜਿਹੜਾ ਨੈਸ਼ਨਲ ਮੀਡੀਆ ਬਿਲਕੁਲ ਚੁੱਪ ਕੀਤਾ ਹੋਇਆਗਾ। ਸਾਨੂੰ ਵੀ ਪਤਾ ਦੇਸ਼ ਦੇ ਵਿੱਚ ਕੀ ਮਾਹੌਲ ਹੈਗਾ। ਔਰ ਸਭ ਤੋਂ ਵੱਡੀ ਚੀਜ਼ ਹੈ ਲੋਕਤੰਤਰ ਦੇ ਵਿੱਚ ਸਾਡਾ, ਜਦੋਂ ਸਾਰੇ ਪਾਸਿਓਂ ਮਤਲਬ ਕਿ ਅਸੀਂ ਬੰਦਾ ਇਨਸਾਨ ਥੱਕ ਜਾਂਦਾ, ਹਾਰ ਜਾਂਦਾ, ਤਾਂ ਉਹ ਮਤਲਬ ਕੀ ਕਰਦਾ ਕਿ ਕੋਰਟ ਦੇ ਵਿੱਚ ਜਾਂਦਾ ਹੈ। ਤਾਂ ਉਹ ਰਾਈਟ ਵੀ ਇਹਨਾਂ ਨੇ ਸਾਡੇ ਤੋਂ ਖੋਹ ਲਿਆ ਕਿ ਤੁਸੀਂ ਇਕੱਲੇ SDM ਤੱਕ ਸੀਮਤ ਹੈਗੇ ਹੋ। ਸੋ ਇਹ ਗੱਲ ਮੈਂ ਇਸ ਤਰੀਕੇ ਨਾਲ ਕੋਲੈਬੋਰੇਟ ਕਰਨੀ ਚਾਹੁੰਦਾ ਕਿ 2% ਜੋ ਸਾਡੇ ਨਾਲ ਕੀਤਾ ਸੀ ਇਹਨਾਂ ਨੇ, ਠੀਕ ਹੈ ਜੀ, ਸਰਕਾਰਾਂ ਨੇ ਵੀ ਕੀਤਾ ਸੀ ਔਰ ਕਾਰਪੋਰੇਟ ਸੈਕਟਰ ਨੇ ਵੀ ਕਿਹਾ 2% ਅਸੀਂ ਏਰੀਏ ਨੂੰ ਦੇਵਾਂਗੇ, ਕਿਉਂਕਿ ਸੰਤਾਪ ਅਸੀਂ ਹੰਢਾ ਰਹੇ ਹਾਂ। ਉਹਦਾ ਕਾਰਨ ਹੈ ਜੀ ਉੱਥੇ ਇੰਨੀ ਜ਼ਿਆਦਾ ਕੈਮੀਕਲ ਹੈ, ਜੋ ਉੱਥੇ ਕਿਸੇ ਨੂੰ ਖਾਰਿਸ਼ ਹੋ ਰਹੀ ਹੈ, ਕਿਸੇ ਨੂੰ ਦਮੇ ਦੀ ਬਿਮਾਰੀ ਹੋ ਰਹੀ ਹੈ। ਕਾਫੀ ਇਹ ਚੀਜ਼ਾਂ ਹੈਗੀਆਂ ਜਿਹੜੀਆਂ ਉਸ ਏਰੀਏ ਨੂੰ ਇਫੈਕਟ ਕਰ ਰਹੀਆਂ ਨੇ। ਤਾਂ ਉੱਥੇ ਕਿੰਨੀਆਂ ਵਧੀਆ ਚੀਜ਼ਾਂ ਉਸ 2% ਨਾਲ ਗਰੀਬ ਲੋਕਾਂ ਲਈ ਪੜ੍ਹਾਈ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਸੀ, ਹਸਪੀਟਲ ਬਣਾਏ ਜਾ ਸਕਦੇ ਸੀ, ਵਿਦਿਅਕ ਅਦਾਰੇ। ਤਾਂ ਸਾਡਾ ਸਟਰਕਚਰ ਹੈ ਨਾ, ਇੱਕ ਜੋ ਕਾਰਪੋਰੇਟ ਸੈਕਟਰ ਦਾ ਇੱਕ ਪੱਖ ਬਣਦਾ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਜਦੋਂ ਉਹ ਇੰਨਾ ਪੈਸਾ ਸਾਡੇ ਤੋਂ ਲੈਂਦੇ ਆ, ਕਮਾਉਂਦੇ ਆ, ਅਸੀਂ ਲੋਕ ਉਹਨਾਂ ਦੇ ਲਈ ਇੱਕ ਪ੍ਰੋਡਕਟ ਦੀ ਤਰ੍ਹਾਂ ਸਾਨੂੰ ਯੂਜ਼ ਕਰਦੇ ਆ, ਤਾਂ ਉਹਨਾਂ ਦੀਆਂ ਵੀ ਕੁਝ ਰਿਸਪੌਂਸਿਬਿਲਟੀਜ਼ ਬਣਦੀਆਂ ਕਿ ਉਹ ਰਿਟਰਨ ਦੇ ਵਿੱਚ ਸੁਸਾਇਟੀ ਦੇ ਲਈ ਕੁਝ ਸਾਡੇ ਲਈ ਕਰਨ। ਤੁਹਾਨੂੰ ਇਹ ਲੱਗਦਾ ਤੁਸੀਂ ਆਸਟ੍ਰੇਲੀਆ ਤੋਂ ਵਾਪਸ ਆਏ ਹੋ, ਤੁਹਾਨੂੰ ਇਹ ਲੱਗਦਾ ਕਿ ਨੌਜਵਾਨ ਇਸੇ ਕਰਕੇ ਬਾਹਰ ਜਾ ਰਿਹਾ ਜਾਂ ਉਧਰ ਦੀ ਜ਼ਿੰਦਗੀ ਬਿਹਤਰ ਹੈ ਤਾਂ ਬਾਹਰ ਜਾ ਰਿਹਾ? ਦੇਖੋ, ਇੱਥੇ ਬੈਠਿਆਂ ਨੂੰ ਲੱਗਦੀ ਹੈ ਇਹ ਚੀਜ਼। ਜੇ ਮੈਂ ਆਪਦੀ ਪਰਸਨਲ ਗੱਲ ਕਰਾਂ, ਹੁਣ ਮੈਂ ਹਰ ਇੱਕ ਬੰਦੇ ਦੀ ਮੈਂ ਗੱਲ ਦੇਖੋ ਜੀ, ਪਹਿਲਾਂ ਤਾਂ ਇਨਸਾਨ ਜਦੋਂ ਤੁਰਦਾ ਹੈ, ਅੱਜ ਦੇ ਸਮੇਂ ਤਾਂ ਮਾਸ ਲੈਵਲ ਤੇ ਇਹੀ ਗੱਲ ਆ ਰਹੀ ਹੈ ਕਿ ਦੇਸ਼ ਸਾਡਾ ਜਿਹੜਾ ਹੈਗਾ ਬਰਬਾਦ ਹੋ ਚੁੱਕਾ, ਉਹਨਾਂ ਹੱਥਾਂ ਦੇ ਵਿੱਚ ਜਾ ਚੁੱਕਿਆ ਹੈ ਕਿ ਡੈਮੋਕ੍ਰੇਸੀ ਨੂੰ, ਲੋਕ ਇਹ ਸੋਚ ਲਓ ਕਿ ਡੈਮੋਕ੍ਰੇਸੀ ਨੂੰ ਸਾਡੇ ਪ੍ਰਧਾਨ ਮੰਤਰੀ ਤੋਂ ਹੀ ਖਤਰਾ ਹੋ ਗਿਆ। ਡੈਮੋਕ੍ਰੇਸੀ ਨੂੰ ਖਤਰਾ ਹੈ, ਜਦੋਂ ਲੋਕਤੰਤਰ ਨੂੰ ਖਤਰਾ ਹੈ। ਗੱਲ ਇਹੀ ਕਹੀ ਜਾਂਦੀ ਸੀ ਕਿ ਲੋਕਾਂ ਦਾ ਰਾਜ ਹੈ, ਲੋਕਤੰਤਰ ਨੂੰ ਖਤਰਾ। ਤਾਂ ਦੇਸ਼ ਦੇ ਵਿੱਚ ਓਬਵੀਅਸ ਗੱਲ ਆ, ਅਰਾਜਕਤਾ ਹੈ, ਫੈਲੀ ਹੋਈ ਹੈ, ਫਿਰਕਾ ਪ੍ਰਸਤੀ, ਇਹ ਚੀਜ਼ਾਂ ਬੜੀਆਂ ਭਾਰੂ ਨੇ। ਪਿੱਛੇ ਜੇ ਕਿੱਡਾ ਵੱਡਾ ਇੱਕ ਇਨਸੀਡੈਂਟ ਹੋਇਆ ਹੈਗਾ, ਇੱਕ ਲੜਕੀ ਹੈਗੀ, ਉਸ ਦਾ ਰੇਪ ਕੀਤਾ ਗਿਆ, ਉਹਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ, ਜ਼ੁਬਾਨ ਕੱਟ ਦਿੱਤੀ ਗਈ। ਮਤਲਬ ਸਾਨੂੰ ਸਾਈਨ ਵੀ ਦਿੱਤਾ ਗਿਆ ਗਾ ਕਿ ਜੇ ਤੁਸੀਂ ਬੋਲੋਗੇ ਤਾਂ ਤੁਹਾਡੀ ਰੀੜ੍ਹ ਦੀ ਹੱਡੀ ਵੀ ਤੋੜ ਦਿਆਂਗੇ, ਤੁਹਾਡੀ ਅਸੀਂ ਜ਼ੁਬਾਨ ਕੱਟ ਦਿਆਂਗੇ, ਤੁਹਾਨੂੰ ਬੋਲਣ ਵੀ ਨਹੀਂ ਦੇਵਾਂਗੇ। ਉਹਨੂੰ ਡਿਫੈਂਡ ਵੀ ਕੀਤਾ ਜਾ ਰਿਹਾ ਜਿਹੜੇ ਬੰਦਿਆਂ ਨੇ ਕੰਮ ਕੀਤਾ। ਓਬਵੀਅਸ ਗੱਲ ਆ ਜੀ, ਦੇਖੋ, ਔਰ ਕਿੰਨੇ ਅਗਰੈਸਿਵ ਤਰੀਕੇ ਦੇ ਨਾਲ ਇੱਕ ਪਾਪ ਕੀਤਾ ਔਰ ਉਸ ਤੋਂ ਅੱਗੇ ਇੱਕ ਧਾਕ ਪਾਈ ਜਾ ਰਹੀ ਹੈ ਕਿ ਅਸੀਂ ਇਦਾਂ ਹੀ ਕਰਾਂਗੇ ਨਾ। ਤਾਂ ਚਲੋ ਉਹ ਐਨੀ ਹਾਓ ਕਿਸੇ ਦੀ ਵੀ ਕੋਈ ਸੋਚ ਹੋ ਸਕਦੀ ਹੈ, ਪਰ ਮੇਰੇ ਖਿਆਲ ਨਾਲ ਪਹਿਲਾ ਬੰਦਾ ਰੋਟੀ ਵਾਰੀ ਸੋਚ ਕੇ ਚੱਲਦਾ ਹੈ। ਪਰ ਮੇਰਾ ਪਰਸਨਲ, ਜੋ ਮੈਂ ਉਹਦੀ ਪਰਸਨਲ ਗੱਲ ਕਰਾਂ,
ਤਾਂ ਉਹ ਇਹੀ ਹੈਗੀ ਕਿ ਉੱਥੇ ਪ੍ਰਾਈਵੇਟੇਸ਼ਨ ਪ੍ਰੋਪਰ ਤਰੀਕੇ ਨਾਲ ਭਾਰੂ ਹੈ। ਹਰ ਇੱਕ ਚੀਜ਼ 'ਚ ਲਾ ਕੇ ਟ੍ਰੇਨਾਂ ਤੋਂ ਲਾ ਕੇ ਹਰ ਇੱਕ ਚੀਜ਼ ਉੱਥੇ ਪ੍ਰਾਈਵੇਟ ਹੈ। ਤਾਂ ਉੱਥੇ ਮਤਲਬ ਕਿ ਜਿਹੜੀ ਮਾਨਸਿਕ ਆਜ਼ਾਦੀ ਹੈ ਸਾਡੇ ਤੋਂ ਖੋਹ ਲਈ ਜਾਂਦੀ ਹੈ, ਜਿਹੜੀ ਸਾਡੇ ਗੁਰੂਆਂ ਨੇ ਦਿੱਤੀ ਹੈ ਸਾਨੂੰ ਸਿਖਾਇਆ ਗਿਆ ਕਿ ਅਕਾਲ ਪੁਰਖ ਦੀ ਫੌਜ, ਉਹਦੇ ਵਿੱਚ ਕੀ ਹੈ ਕਿ ਸਾਨੂੰ ਇੱਕ ਆਜ਼ਾਦ ਕੀਤਾ ਗਿਆ, ਆਜ਼ਾਦੀ ਦਿੱਤੀ ਗਈ ਹੈ। ਤਾਂ ਜਿੱਥੇ ਪ੍ਰਾਈਵੇਟੇਸ਼ਨ ਜ਼ਿਆਦਾ ਹੋ ਰਹੀ ਹੈ, ਉਹ ਮੈਂ ਇੱਕ ਛੋਟੀ ਜਿਹੀ ਆਪਾਂ ਜੇ ਇਹਨੂੰ ਕੁਦਰਤ ਦੇ ਨਿਯਮ ਦੇ ਹਿਸਾਬ ਨਾਲ ਲਾ ਕੇ ਚੱਲੀਏ ਗੱਲ ਨੂੰ, ਮਤਲਬ ਕਿ ਵਿਗਿਆਨ ਦੇ ਸ਼ਬਦਾਂ ਦੇ ਵਿੱਚ ਕਹਾਂਗੇ ਤਾਂ ਉਹਨੂੰ ਨਾ ਉਹ ਬਲੈਕ ਹੋਲ ਕਹਿ ਦਿੰਦੇ ਆ। ਸਾਡੇ ਗੁਰੂ ਨਾਨਕ ਦੇਵ ਜੀ ਨੇ ਅੰਧਕੂਪ ਕਿਹਾ ਸੀ। ਅੰਧਕੂਪ ਮਤਲਬ ਕਿ ਇੱਕ ਚੀਜ਼ ਹੈ ਨਾ ਕਿ ਕੋਈ ਪਾਵਰ ਹੈ ਇੱਕ ਪਾਸੇ ਇਕੱਠੀ ਹੋ ਰਹੀ ਹੈ। ਅੰਧਕੂਪ ਬ੍ਰਹਿਮੰਡ ਦੇ ਵਿੱਚ ਇੱਕ ਜਗ੍ਹਾ ਹੈਗੀ ਜਿੱਥੇ ਗ੍ਰੈਵਿਟੀ ਫੋਰਸਸ ਇੰਨੀਆਂ ਜ਼ਿਆਦਾ ਵੱਧ ਜਾਂਦੀਆਂ ਨੇ ਕਿ ਜਿੱਥੇ ਜਿਹੜੀ ਚੀਜ਼ ਉਹਨਾਂ ਦੇ ਦਾਇਰੇ ਦੇ ਵਿੱਚ ਆ ਗਈ ਉਹ ਨਾਸ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਕੁਦਰਤ ਦੇ ਅਸੂਲ ਨੂੰ ਮੰਨ ਕੇ ਚੱਲੀਏ ਤਾਂ ਇਦਾਂ ਨਹੀਂ ਲੱਗ ਰਿਹਾ ਤੁਹਾਨੂੰ ਕਿ ਜਿਹੜੀ ਪਾਵਰ ਆ ਉਹਨੂੰ ਇੱਕ ਥਾਂ ਤੇ ਸੈਂਟਰਲਾਈਜ਼ਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਹ ਸਾਰੀਆਂ ਕੰਟਰੀਆਂ, ਸਾਰੇ ਲੋਕ ਇਹ ਜਿਹੜੇ ਉੱਪਰ ਅਨੁਸ਼ਾਸਕ ਸਾਡੇ ਬੈਠੇ ਹੋਏ ਆ, ਉਹ ਇਸ ਤਰੀਕੇ ਨਾਲ ਹੀ ਚੀਜ਼ ਨੂੰ ਕਰ ਰਹੇ ਆ। ਜਿਵੇਂ ਕਿ ਹੁਣ ਇੰਡੀਆ ਦੇਖੋ ਕਿੱਡੀ ਵੱਡੀ ਕੰਟਰੀ ਹੈ, ਕਿੱਡੀ ਵੱਡੀ ਸੱਭਿਅਤਾ ਹੈ, ਕਿੰਨੀਆਂ ਜ਼ਿਆਦਾ ਵਿਭਿੰਨਤਾਵਾਂ ਨੇ, ਕਿੰਨੇ ਧਰਮ ਹੈ, ਕਿੰਨੀਆਂ ਬੋਲੀਆਂ, ਕਿੰਨੇ ਪਹਿਰਾਵੇ ਆ, ਖਾਣ ਪੀਣ ਸਭ ਕੁਝ ਵੱਖਰਾ ਹੈ। ਇਹਦੇ 'ਚ ਕਿਵੇਂ ਪੋਸੀਬਲ ਹੋ ਸਕਦਾ ਕਿ ਤੁਸੀਂ ਇਕੱਲਾ ਇੱਕ ਬਿਲਕੁਲ ਹੀ ਸੈਂਟਰ ਤੋਂ ਹੀ ਚੱਕ ਕੇ ਸਾਰੇ ਦੇਸ਼ ਨੂੰ ਤੁਸੀਂ ਕਿਸ ਤਰੀਕੇ ਨਾਲ ਕੰਟਰੋਲ ਕਰ ਸਕਦੇ ਹੋ? ਔਰ ਤੁਹਾਡੀ ਨੀਅਤ ਵੀ ਨਹੀਂ ਹੈਗੀ, ਲੋਕਾਂ ਨੂੰ ਵੀ ਦਿਖ ਰਿਹਾਗਾ ਕਿ ਤੁਹਾਡੀ ਨੀਅਤ ਵੀ ਸਾਫ਼ ਨਹੀਂ ਹੈਗੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਡਿਸਪ੍ਰੈਸ ਹੋਣੀਆਂ ਚਾਹੀਦੀਆਂ, ਜਿਹੜੀਆਂ ਚੀਜ਼ਾਂ ਪਾਵਰ ਹੈ ਜਿਹੜੀ ਉਹ ਵੰਡੀ ਹੋਣੀ ਚਾਹੀਦੀ ਆ ਹਰ ਇੱਕ ਲੈਵਲ ਤੇ। ਜੇ ਕਿਸਾਨ ਭਰਾ ਹੈਗੇ ਜੇ ਪੰਜਾਬ ਦੇ ਪਿੰਡਾਂ ਤੇ ਪਿੰਡਾਂ ਕੋਲ ਆਪਣੇ ਕੁਝ ਅਧਿਕਾਰ ਹੋਣੇ ਚਾਹੀਦੇ ਆ, ਸਟੇਟ ਕੋਲੇ ਹੋਣੇ ਚਾਹੀਦੇ ਆ। ਸਟੇਟ ਦੇ ਨਾਲ ਅਫੇਅਰ ਹੈ ਜਿਹੜਾ ਸੈਂਟਰ ਦਾ, ਉਹ ਵੀ ਇੱਕ ਵਧੀਆ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ। ਹੁਣ ਮੇਰਾ ਸਵਾਲ ਥੋੜਾ ਬ੍ਰੌਡਰ ਸਵਾਲ ਇਹ ਸੀਗਾ ਕਿ ਮੈਂ ਕਹਿ ਰਿਹਾ ਸੀਗਾ ਕਿ ਅੱਜ ਕਿਸਾਨੀ ਦੇ ਹਾਲਾਤ ਬਣੇ, ਵੱਡੀ ਗਿਣਤੀ 'ਚ ਨੌਜਵਾਨ ਬਾਹਰ ਜਾ ਰਿਹਾ ਹੈ। ਕਿਸਾਨ ਸੀ ਉਹ ਮਜ਼ਦੂਰ ਬਣ ਗਿਆ, ਮਜ਼ਦੂਰ ਜਿਹੜਾ ਉਹਦੇ ਹੱਥ ਪੱਲੇ ਨਹੀਂ ਰਿਹਾ, ਕਿੱਲਾ ਡੇਢ ਕਿੱਲਾ ਜੇ ਜ਼ਮੀਨ ਵੀ ਰਹਿ ਗਈ ਉਹਨੇ ਵੇਚੀ ਤੇ ਬੱਚਾ ਬਾਹਰ ਘੱਲਤਾ। ਉੱਥੇ ਤੁਸੀਂ ਕਹਿ ਰਹੇ ਹੋ ਪ੍ਰਾਈਵੇਟਾਈਜੇਸ਼ਨ ਭਾਰੂ ਹੈ, ਆਸਟ੍ਰੇਲੀਆ ਹੋਵੇ, ਕੈਨੇਡਾ ਹੋਵੇ, ਉਹਨਾਂ ਮੁਲਕਾਂ 'ਚ ਪ੍ਰਾਈਵੇਟਾਈਜੇਸ਼ਨ ਹੈ। ਅਸੀਂ ਇਹ ਕਹਿੰਦੇ ਆ ਕਿ ਉਹ ਮੁਲਕ ਬਹੁਤ ਬਿਹਤਰ ਨੇ, ਸਾਡੀ ਜ਼ਿੰਦਗੀ ਉੱਥੇ ਬਿਹਤਰ ਹੈ। ਕੀ ਵਾਕਈ ਬਿਹਤਰ ਹੈ? ਜੇ ਬਿਹਤਰ ਹੈ ਤਾਂ ਫਿਰ ਇੱਥੇ ਪ੍ਰਾਈਵੇਟਾਈਜੇਸ਼ਨ ਕਿਉਂ ਨਾ ਆਣ ਦਈਏ? ਦੇਖੋ ਜੀ, ਮੈਂ ਹਰ ਇੱਕ ਬੰਦੇ ਦਾ ਇੱਕ ਐਸਪੈਕਟ ਹੁੰਦਾ ਹੈ, ਕੋਈ ਇਕੱਲੇ ਪੈਸੇ ਬਾਰੇ ਸੋਚਦਾ ਹੈ। ਅਸੀਂ ਲੋਕ, ਮੈਂ ਹੋਰ ਤਰੀਕੇ ਨਾਲ ਗੱਲ ਕਰ ਦਾਂਗਾ, ਮੈਨੂੰ ਕੋਈ ਬਿਹਤਰ ਨਹੀਂ ਲੱਗਿਆ, ਸਾਨੂੰ ਸਾਡਾ ਆਪਦਾ ਦੇਸ਼ ਬਿਹਤਰ ਲੱਗਿਆ। ਆਪਦਾ ਇੱਥੇ ਸਾਡੇ ਕੋਲੇ ਬਹੁਤ ਕੁਝ ਹੈ। ਉਹ ਤਾਂ ਦੇਖੋ ਜੀ, ਜਿਹੜੀਆਂ ਕੰਟਰੀਆਂ ਹੈਗੀਆਂ ਨਾ ਉਹਨਾਂ ਦਾ ਕੋਈ ਹਿਸਟਰੀ ਨਹੀਂ ਹੈਗੀ, ਕੋਈ 300 ਸਾਲ ਪੁਰਾਣੀ, ਕੋਈ 400 ਸਾਲ ਪੁਰਾਣੀਆਂ, ਉਹਨਾਂ ਕੋਲੇ ਕੁਝ ਹੈ ਨਹੀਂ ਸੀ, ਉਹ ਖਾਲੀ ਲੋਕ ਸੀ। ਤਾਂ ਉੱਥੇ ਕੀ ਆ ਨਾ, ਕੰਪਨੀਆਂ ਨੂੰ ਵੱਡੀਆਂ ਨੂੰ ਲਿਆ ਕੇ ਉਹ ਦੇਸ਼ ਖੜੇ ਕੀਤੇ ਗਏ, ਮਜਬੂਰੀ ਸੀ, ਸੋਰਸਸ ਨਹੀਂ ਸੀ। ਉਹ ਕੰਟਰੀਆਂ ਨੂੰ ਬਣਾਉਣ ਦੇ ਵਿੱਚ ਪ੍ਰਾਈਵੇਟ ਲੋਕਾਂ ਦਾ ਹੱਥ ਸੀ। ਉੱਥੇ ਜਿਹੜੀ ਲੋਕਾਂ ਦੀ ਮਾਨਸਿਕ ਆਜ਼ਾਦੀ ਆ ਉਹ ਬੜਾ, ਜੇ ਅਸੀਂ ਗੱਲ ਕਰਦੇ ਹਾਂ ਕਿ ਇੱਥੇ ਲੋਕ ਸੁਸਾਈਡ ਕਰਦੇ ਆ ਤਾਂ ਬਾਹਰ ਬਹੁਤ ਜ਼ਿਆਦਾ ਕਰਦੇ ਆ। ਜੇ ਅਸੀਂ ਗੱਲ ਕਰਦੇ ਹਾਂ ਕਿ ਜੀ ਉੱਥੇ ਜੀ ਖਾਣ ਪਾਣੀ ਬਹੁਤ ਉਹ ਚੀਜ਼ਾਂ ਨੇ, ਕਿਉਂਕਿ ਇਹ ਟੌਪਿਕ ਬੜਾ ਇੱਕ ਅਲੱਗ ਤੋਂ ਹੋ ਜਾਣਾ, ਲੰਬਾ ਹੋ ਜਾਣਾ ਬਾਹਰ ਦਾ, ਤਾਂ ਉੱਥੋਂ ਮਤਲਬ ਕਿ ਮੈਂ ਚਾਹਣਾ ਥੋੜਾ ਕੰਪੇਅਰ ਕੀਤਾ ਜਾਵੇ, ਇਸ ਦੇ ਨਾਲ ਹੀ ਜੁੜੀ ਹੋਈ ਗੱਲ ਹੈ। ਔਰ ਤੁਸੀਂ ਕਿਉਂਕਿ ਕਿੰਨੇ ਸਾਲ, 6 ਸਾਲ ਆਲਮੋਸਟ ਆਸਟ੍ਰੇਲੀਆ ਰਹਿ ਕੇ ਆਏ ਹੋ। 6 ਸਾਲ ਬਾਅਦ ਮੈਂ ਆਇਆਂਗਾ ਜੀ। ਤਾਂ ਮਤਲਬ ਕਿ ਇਹ ਰੈਲੇਵੈਂਟ ਹੈ ਕਿ 6 ਸਾਲ ਇੱਕ ਬੰਦਾ ਆਸਟ੍ਰੇਲੀਆ ਰਹਿੰਦਾ ਔਰ ਅੱਜ ਉਹਨੂੰ ਪੰਜਾਬ ਦੀ ਕਿਸਾਨੀ ਤੇ ਘੋਲ ਦੇ ਵਿੱਚ ਪੰਜਾਬ ਦਾ ਦਰਦ ਕਿਉਂ ਜਾਗਦਾ, ਇਸ ਕਰਕੇ ਮੈਂ ਸਵਾਲ ਕਰ ਰਿਹਾ। ਹਾਂਜੀ, ਕਿਉਂਕਿ ਦੇਖੋ ਵੀਰ, ਗੱਲ ਇਦਾਂ ਕਿ ਮੈਂ ਆਸਟ੍ਰੇਲੀਆ ਰਹਿ ਰਿਹਾ ਸੀ, ਫਿਜ਼ੀਕਲ ਤੌਰ ਤੇ ਰਹਿ ਰਿਹਾ ਸੀ, ਵੈਸੇ ਮੈਂ ਪੰਜਾਬ 'ਚ ਹੀ ਰਹਿ ਰਿਹਾ ਸੀ 6 ਸਾਲ ਤੋਂ। ਤੁਸੀਂ ਕਦੇ ਵੀ ਮਤਲਬ ਕਿ ਚਲੋ ਮੇਰੇ ਹੋਰ ਦੋਸਤ ਦੇਖੋਗੇ ਤਾਂ ਪੰਜਾਬ ਦੀਆਂ ਹਮੇਸ਼ਾ ਅਸੀਂ ਜਦੋਂ ਵੀ ਕਦੇ ਮੁੱਦੇ ਉੱਠਦੇ ਸੀ, ਜਾਂ ਜਿਵੇਂ ਪਿੱਛੇ ਬਰਗਾੜੀ ਹੋਇਆ, ਬੜਾ ਦੁੱਖ ਲੱਗਣਾ ਕਿ ਆ ਨਹੀਂ ਸਕਦੇ ਸੀ, ਚਲੋ ਇਹੋ ਜਿਹੇ ਝਮੇਲੇ ਹੁੰਦੇ ਉੱਥੋਂ ਬਹੁਤ ਕੁਝ, ਹਰੇਕ ਚੀਜ਼ ਨਾਲ ਅਸੀਂ ਜੁੜੇ ਹੋਏ ਸੀ। ਫਿਜ਼ੀਕਲ ਤੌਰ ਤੇ ਅਸੀਂ ਹੁਣ ਆਏ ਹਾਂ, ਵੈਸੇ ਮੈਂਟਲੀ ਤੌਰ ਤੇ ਮੈਂ ਪਹਿਲਾਂ ਵੀ ਪੰਜਾਬ 'ਚ ਹੀ ਵਸ ਰਿਹਾ ਸੀ, ਮੇਰਾ ਇੱਕ ਆਪਣਾ ਸਾਰਾ ਸਰਕਲ ਆ। ਅਸੀਂ ਮਤਲਬ ਕਿ ਚਾਹੁੰਦੇ ਆਂਗੇ ਕਿ ਇਹ ਇੱਕ ਖਿੱਤਾ, ਆਬਾਦ ਖਿੱਤਾ ਹੈ, ਬਾਬੇ ਨਾਨਕ ਦਾ ਬਣਾਇਆ ਹੋਇਆ। ਦੇਖੋ ਜੀ, ਹਿਮਾਲਿਅਨ ਰੇਂਜ ਦਾ ਏਰੀਆ ਆਉਂਦਾ, ਇਹ ਹਿਮਾਲਿਆ ਤੋਂ ਪਾਣੀ ਨਿਕਲ ਕੇ ਆਉਂਦਾ, ਇੰਨਾ ਪਵਿੱਤਰ ਚੀਜ਼ ਹੈ ਕਿ ਇਸ ਧਰਤੀ ਨੂੰ ਬਾਬੇ ਨਾਨਕ ਨੇ ਹਲ ਗਵਾਉਣ ਦੇ ਲਈ ਚੂਜ਼ ਕੀਤਾ। ਇੱਥੇ ਅਸੀਂ ਕੁਝ ਵੀ ਉਗਾ ਲਈਏ। ਹੁਣ ਜਿਹੜੀ ਤੁਹਾਡੀ ਬਾਹਰ ਜਾਣ ਦੀ ਗੱਲ ਆ, ਆਪਾਂ ਉਸ ਦੀ ਗੱਲ ਕਰਦੇ ਹਾਂ ਕਿ ਪਿਛਲੇ 20-30 ਸਾਲ ਤੋਂ ਨਾ ਇੱਕ ਪ੍ਰੋਪੋਗੰਡਾ, ਚਾਹੇ ਏਜੰਸੀਆਂ ਲਾ ਲਓ, ਚਾਹੇ ਗੌਰਮੈਂਟ ਲਾ ਲਓ, ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈਗਾ ਕਿ ਅਸੀਂ ਵੀ ਆਪ ਖੁਦ, ਸਾਡੇ ਮਾਂ ਪਿਓ ਵੀ ਸਾਨੂੰ ਇਹ ਗੱਲ ਕਹਿੰਦੇ ਸੀ ਕਿ ਤੂੰ ਜੋ ਮਰਜ਼ੀ ਕੁਛ ਕਰ, ਖੇਤੀ ਨਹੀਂ ਕਰਨੀ।
ਸੋ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਆਪ ਵੀ ਕਈ ਵਾਰੀ ਜ਼ਿੰਮੇਵਾਰ ਹੋਏ ਆਂਗੇ ਕਿ ਅਸੀਂ ਆਪਦੇ ਨੌਜਵਾਨ ਵਰਗ ਨੂੰ, ਅਸੀਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਅਸੀਂ ਆਪਦੇ ਧਰਮ ਨਾਲੋਂ ਵੀ ਤੋੜਿਆ, ਅਸੀਂ ਖੇਤੀਬਾੜੀ ਨਾਲੋਂ ਵੀ ਤੋੜਤਾ ਕਿ ਖੇਤੀਬਾੜੀ ਨੂੰ ਅਸੀਂ ਇੱਕ ਸਟੇਟ ਸਿੰਬਲ ਦੇ ਤੌਰ ਤੇ ਇਸ ਤਰੀਕੇ ਨਾਲ ਲੈਣ ਲੱਗੇ ਕਿ ਜੇ ਕੋਈ ਬੰਦਾ ਖੇਤੀਬਾੜੀ ਕਰ ਰਿਹਾ ਤਾਂ ਮਤਲਬ ਕਿ ਉਹ ਕੁਝ ਵੀ ਨਹੀਂ ਕਰ ਰਿਹਾ ਹੈਗਾ। ਸੋ ਇਸ ਤਰੀਕੇ ਦੀ ਜਿਹੜੀ ਹੈਗੀ ਹੈ ਕਿ ਮਾਨਸਿਕਤਾ ਸਾਡੇ ਲੋਕਾਂ ਦੀ ਬਣਾ ਦਿੱਤੀ ਗਈ। ਬਾਹਰ ਜਾ ਕੇ ਮੈਂ ਸਾਰੇ ਨਹੀਂ ਕਹੂੰਗਾ ਕਿ ਮੇਰੇ ਤਰੀਕੇ ਨਾਲ ਸੋਚਦੇ ਆ, ਪਰ ਮੈਨੂੰ ਬਹੁਤ ਜ਼ਿਆਦਾ ਸੱਜਣ ਮਿਲਿਆ ਜੋ ਇਸ ਤਰੀਕੇ ਨਾਲ ਸੋਚਦੇ ਆ ਕਿ ਸਾਡਾ ਦੇਸ਼, ਸਾਡੇ ਕੋਲੇ ਬਹੁਤ ਕੁਝ ਹੈ ਨਾ। ਦੇਖੋ ਬਾਬੇ ਨਾਨਕ ਨੇ ਇਹ ਧਰਤੀ ਨੂੰ ਚੂਜ਼ ਕੀਤਾ ਸੀ, ਉਹਨਾਂ ਨੇ ਇੱਥੇ ਹਾਲ ਵਾਇਆ। ਅਸੀਂ ਜੇ ਅੱਜ ਅਸੀਂ 2-3 ਫਸਲੀ ਚੱਕਰਾਂ ਦੇ ਵਿੱਚ ਉਲਝ ਕੇ ਰਹਿ ਗਏ ਆ, ਸਾਨੂੰ ਸ਼ਾਇਦ ਉਹੀ ਸਾਡੀ ਤਰਾਸਦੀ ਵੀ ਬਣ ਗਈ ਹੈ ਨਾ ਕਿ ਅਸੀਂ ਲੋੜ ਤੋਂ ਵੱਧ ਚੀਜ਼ਾਂ ਅਸੀਂ ਪੈਦਾ ਕਰਕੇ ਦੇਣ ਲੱਗੇ ਤਾਂ ਅੱਜ ਸਾਨੂੰ ਉਹ ਲੋਕ ਅੱਖਾਂ ਕੱਢਦੇ ਆ ਤਰੀਕੇ ਦੇ ਨਾਲ ਸਾਡੇ ਨਾਲ, ਮਤਲਬ ਕਿ ਰਾਬਤਾ ਫਸਾ ਲਿਆ ਸਾਨੂੰ। ਜਦੋਂ ਹਰੀ ਕ੍ਰਾਂਤੀ ਆਈ, ਲੋੜ ਸੀ, ਉਦੋਂ ਕਣਕ ਝੋਨੇ 'ਚ ਪਾਤਾ, ਹੁਣ ਸਾਨੂੰ ਨਾ ਤਾਂ ਨਿਕਲਣ ਦਾ ਰਾਹ ਦਿੰਦੇ ਆ ਤੇ ਸਾਨੂੰ ਆਰਥਿਕ ਤੌਰ ਤੇ ਵੀ ਮਾਰਿਆ ਜਾ ਰਿਹਾ। ਦੇਖੋ ਜੀ, ਜਦੋਂ ਇਹਨਾਂ ਨੂੰ ਲੋੜ ਸੀ ਇਹਨਾਂ ਨੇ ਸਾਨੂੰ ਜ਼ਹਿਰਾਂ ਦਿੱਤੀਆਂ ਕਿ ਅਸੀਂ ਐਕਸੈਪਟ ਵੀ ਕਰ ਲਈਆਂ, ਕੋਈ ਨਹੀਂ, ਸਾਰੇ ਦੇਸ਼ ਭੁੱਖਾ ਮਰ ਰਿਹਾ ਜੀ, ਪੰਜਾਬ ਸਿਆ ਤੂੰ ਆਪਦੀ ਜ਼ਿੰਮੇਵਾਰੀ ਸੰਭਾਲੀ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਸੀਗਾ ਜੇ ਤੁਹਾਡੇ ਕੋਲ ਹੈਗਾ ਤਾਂ ਵੰਡ ਕੇ ਛਕੋ। ਅਸੀਂ ਆਪਦਾ ਫਰਜ਼ ਨਿਭਾਇਆ। ਸਾਨੂੰ ਅੱਜ ਲੱਗਦਾ ਕਿ ਸਾਨੂੰ ਉਹ ਗਲਤੀ ਹੋ ਗਈ। ਜਦੋਂ ਕਿਤੇ ਇਹਨਾਂ ਦਾ ਹੋਰ ਕੋਈ ਚੱਕਰ ਪੈਂਦਾ ਸੀ, ਕਦੇ ਲੜਾਈ ਹੁੰਦੀ ਸੀ ਤਾਂ ਸਾਨੂੰ ਭੇਜਦੇ ਸੀ, ਜਦੋਂ ਵੀ ਕੁਝ ਹੋਇਆ ਤਾਂ ਸਾਨੂੰ ਅੱਗੇ ਕੀਤਾ ਗਿਆ। ਅੱਜ ਜੇ ਚੀਜ਼ ਲੈ ਕੇ ਆਉਣੀ ਚਾਹੁੰਦੇ ਸੀ ਤਾਂ ਕਿਉਂ ਸਾਡੇ ਨਾਲ ਆ ਕੇ ਗ੍ਰਾਸ ਰੂਟ ਤੇ ਕਿਉਂ ਨਹੀਂ ਗੱਲ ਕੀਤੀ ਗਈ? ਕਿਉਂ ਸਾਨੂੰ ਆ ਕੇ ਬੈਠ ਕੇ ਉਹਨਾਂ ਨੇ ਇਹਦੇ ਅੱਛੇ ਪੱਖ ਜੇ ਕੋਈ ਹੈਗੇ ਵੀ ਆ ਸਮਝਾਏ ਕਿਉਂ ਨਹੀਂ? ਕਿਉਂ ਇਸ ਤਰੀਕੇ ਦੇ ਨਾਲ ਤਾਨਾਸ਼ਾਹੀ, ਇਹ ਜਿਹੜੇ ਡਿਕਟੇਟਰਸ਼ਿਪ, ਜਿਹੜੇ ਕਾਨੂੰਨ ਆ ਸਾਡੇ ਤੇ ਪਾਸ ਕਰ ਦਿੱਤੇ ਗਏ, ਉੱਥੋਂ ਦਿੱਲੀ ਤੋਂ ਬੈਠ ਕੇ 4 ਕਾਗਜ਼ ਭੇਜ ਦਿੱਤੇ ਗਏ ਆ। ਔਰ ਤੁਸੀਂ ਕਹਿੰਦੇ ਹੋ ਕਿ ਲੋਕ ਹਿੱਤ ਹੈ। ਅੱਜ 10 ਸਾਲ ਦਾ ਬੱਚਾ ਵੀ ਹੈ, ਉਹਨੂੰ ਵੀ ਪਤਾ ਕਿ ਨਹੀਂ ਸਾਡੇ ਹਿੱਤ ਦੇ ਵਿੱਚ ਹੈਗੀ। ਜੇ ਲੋਕਾਂ ਦੇ ਹਿੱਤ ਦੀ ਗੱਲ ਹੈ ਤਾਂ ਫਿਰ ਕਿਉਂ ਕਿਸਾਨ ਆ ਜਿਹੜਾ ਸੜਕਾਂ ਦੇ ਉੱਤੇ ਉਤਰਿਆ ਹੋਇਆ? ਔਰ ਉੱਤੋਂ ਕਿੱਡੀ ਮਾੜੀ ਗੱਲ ਉਹਨਾਂ ਦੇ ਵਿੱਚ ਇਹ ਹੈਗੀ, ਪਿੱਛੇ ਉਹਨਾਂ ਦਾ ਇੱਕ ਭਾਜਪਾ ਦਾ ਇੱਕ ਲੀਡਰ ਆਇਆ, ਤਰਨ ਚੁੱਗ ਸ਼ਾਇਦ ਉਹਦਾ ਨਾਮ ਹੈ, ਮੈਂ ਬਹੁਤਿਆਂ ਨੂੰ ਨਹੀਂ ਜਾਣਦਾ, ਤਾਂ ਉਹਨੇ ਆ ਕੇ ਅੰਮ੍ਰਿਤਸਰ ਦੇ ਵਿੱਚ 2-3 ਸਾਡੇ ਸਰਦਾਰ ਭਰਾ ਨਾਲ ਖੜੇ ਕੀਤੇ ਔਰ ਉਹਦੀ ਗੱਲ ਕਰ ਰਿਹਾ ਹੈਗਾ ਕਿ ਇਹ ਅਸਲੀ ਕਿਸਾਨ ਹੈ, ਮੇਰੇ ਨਾਲ ਖੜੇ ਨੇ। ਠੀਕ ਹੈ ਜੀ। ਤਾਂ ਜਿਹੜੇ ਸੜਕਾਂ ਦੇ ਉੱਤੇ ਬੈਠੇ ਨੇ ਉਹ ਲੋਕ ਆ ਨਾ ਜਿਹੜੇ, ਉਹ ਮਤਲਬ ਕਿ ਚਾਹੇ ਏਜੰਸੀਆਂ ਦੇ ਲਾ ਲਓ, ਜਿਵੇਂ ਵੀ ਲਾ ਲਓ, ਚਾਹੇ ਕਿਸਾਨ ਯੂਨੀਅਨਾਂ ਦੁਆਰਾ ਪ੍ਰੋਪੋਗੰਡਾ ਕੀਤਾ ਗਿਆ, ਐਸਾ ਕੁਝ ਨਹੀਂਗਾ। ਜਿਹੜਾ ਗ੍ਰਾਸ ਰੂਟ ਤੇ ਕਿਸਾਨ ਆ ਉਹ ਸਾਡੇ ਨਾਲ ਜੁੜਿਆ ਹੋਇਆਗਾ। ਤਾਂ ਤੁਹਾਡੇ ਮੈਂ ਚੈਨਲ ਦੇ ਮਾਧਿਅਮ ਨਾਲ ਵੀ ਮੈਂ ਉਹਨੂੰ ਇੱਕ ਬੇਨਤੀ ਕਰੂੰਗਾ ਕਿ ਵੀਰ ਜੀ ਤੁਸੀਂ ਸਾਡੇ ਕਦੇ, ਅਸੀਂ ਤੁਹਾਨੂੰ ਚੈਲੰਜ ਕਰਦੇ ਹਾਂ, ਓਪਨ ਚੈਲੰਜ ਕਰਦੇ ਹਾਂ, 10,000 ਬੰਦਾ 20,000 ਬੰਦੇ ਦਾ ਆਪਾਂ ਇਕੱਠ ਰੱਖਦੇ ਹਾਂ, ਤੁਸੀਂ ਆਪਣਾ ਪੱਖ ਰੱਖੋ, ਅਸੀਂ ਆਪਣਾ ਪੱਖ ਰੱਖਦੇ ਹਾਂ, ਇੰਤਜ਼ਾਮਾਤ ਅਸੀਂ ਕਰਾਂਗੇ ਸਾਰੇ, ਤੁਸੀਂ ਆਓ ਸਾਨੂੰ ਸਮਝਾਓ। ਹੋ ਸਕਦਾ ਤੁਹਾਡੇ ਸਮਝਾਉਣ ਨਾਲ ਸਾਡੀ ਗੱਲ ਸਮਝ ਆ ਜੇ, ਤਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਓ, ਸਾਡੇ ਸਾਹਮਣੇ ਬੈਠ ਕੇ ਗੱਲ ਕਰੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਨੰਗਾ ਚਿੱਟਾ ਕਰਨਾ ਚਾਹੁੰਦੇ ਹਾਂ, ਤੁਸੀਂ ਮੰਨੋ ਤਾਂ ਸਹੀ ਨਾ ਕਿ ਅਸੀਂ ਗਲਤ ਕਰ ਰਹੇ ਹਾਂ, ਇਹ ਤਾਂ ਕਹੋ ਨਾ। ਇਸ ਤਰੀਕੇ ਨਾਲ ਜੋ ਤੁਸੀਂ ਕਰ ਰਹੇ ਹੋਗੇ ਇਹਦਾ ਕੋਈ ਆਧਾਰ ਨਹੀਂ ਬਣਦਾ। ਦੱਸੋ ਇਸ ਘੋਲ ਨੂੰ ਅੱਗੇ ਕਿਵੇਂ ਤੋਰਿਆ ਜਾਊਗਾ ਔਰ ਨੌਜਵਾਨਾਂ ਦਾ ਇਹਦੇ 'ਚ ਕੀ ਯੋਗਦਾਨ ਰਹੂਗਾ? ਦੇਖੋ ਜੀ, ਬਹੁਤ ਵਧੀਆ ਪੁਆਇੰਟ ਸੀ ਵੀਰ। ਤੁਸੀਂ ਪਹਿਲਾਂ ਇੱਕ ਜਿਹੜੀ ਗੱਲ ਬੋਲੀ ਹੈ ਕਿ ਬਹੁਤ ਜ਼ਿਆਦਾ ਅੱਛੇ ਜਿਹੜੇ ਆਸਪੈਕਟ ਇਹਦੇ ਇਸ ਚੀਜ਼ ਦੇ ਸਾਹਮਣੇ ਆਏ ਆ। ਬਹੁਤ ਵਧੀਆ ਗੱਲ ਹੈਗੀ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ ਨਾ, ਹੁਣ ਨੌਜਵਾਨ ਵਰਗ, ਮਤਲਬ ਕਿ ਈਵਨ ਕਿ ਕਲਾਕਾਰ ਵੀ ਖੇਤੀ ਵੱਲ ਨੂੰ ਜਾ ਰਹੇ ਹੈਗੇ, ਉਹ ਸਾਨੂੰ ਬਹੁਤ ਵਧੀਆ ਚੀਜ਼ ਲੱਗੀ। ਦੇਖੋ, ਜੇ ਅੱਜ ਨੌਜਵਾਨ ਯੂਥ ਹੈ ਜਿਹੜਾ ਖੇਤੀਬਾੜੀ ਵੱਲ ਆਊਗਾ ਨਾ, ਤਾਂ ਉਹਨਾਂ ਕੋਲੇ ਟੈਕਨੋਲੋਜੀ ਹੈ। ਅੱਜ ਟੈਕਨੋਲੋਜੀ ਤੋਂ ਬਿਨਾਂ ਤੁਹਾਨੂੰ ਅਸੀਂ ਵੀ ਮੰਨਦੇ ਕਿ ਪੋਸੀਬਲ ਨਹੀਂ ਹੈਗਾ ਸਾਰਾ ਕੁਝ, ਕਿਉਂਕਿ ਇਹਨਾਂ ਨੇ ਸਿਸਟਮ ਹੀ ਐਸਾ ਤਿਆਰ ਕਰ ਲਿਆ। ਉਹ ਜੇ ਆਪਣੇ ਫਾਦਰ ਸਾਹਿਬ ਹੋਰਿਆਂ ਦਾ, ਜਿਹੜੇ ਪੁਰਾਣੇ ਬਜ਼ੁਰਗ ਜੋ ਖੇਤੀ ਕਰਦੇ ਆ, ਤੇ ਜੇ ਕੋਲੈਬੋਰੇਸ਼ਨ ਹੋਊਗੀ, ਇਕੱਠੇ ਹੋ ਕੇ ਖੇਤੀ ਕਰਨਗੇ, ਤਾਂ ਮੇਰੇ ਖਿਆਲ ਨਾਲ ਉਹ ਮਤਲਬ ਕਿ ਬਹੁਤ ਵਧੀਆ ਚੀਜ਼ ਹੋਊਗੀ। ਹੁਣ ਤੁਹਾਡਾ ਜਿਹੜਾ ਕੁਐਸਚਨ ਹੈਗਾ ਕਿ ਇਸ ਚੀਜ਼ ਨੂੰ ਆਪਾਂ ਅੱਗੇ ਕਿਵੇਂ ਵਧਾਇਆ ਜਾ ਸਕਦਾ, ਪਹਿਲੀ ਗੱਲ ਤਾਂ ਮੈਂ ਪੰਜਾਬ ਦੇ ਲੋਕਾਂ ਬਾਰੇ ਇਹੀ ਗੱਲ ਕਹੂੰਗਾ ਕਿ ਇੱਕ ਸੰਦੇਸ਼ ਹੀ ਮੰਨੋ, ਇੱਕ ਬੇਨਤੀ ਵੀ ਮੰਨੋ ਕਿ ਆਪਾਂ ਕਿਸੇ ਵੀ ਐਸੀ ਚੀਜ਼ ਦੇ ਨਾਲ ਅਟੈਚ ਨਾ ਹੋ ਜਾਈਏ, ਚਾਹੇ ਉਹ ਕੋਈ ਪੋਲੀਟੀਕਲ ਪਾਰਟੀ ਹੋਵੇ, ਚਾਹੇ ਉਹ ਕੋਈ ਇੱਕ ਨਾਮ ਹੋਵੇ, ਚਾਹੇ ਕੋਈ ਝੰਡਾ ਹੋਵੇ, ਕਿਸੇ ਵੀ ਤਰੀਕੇ ਆਪਾਂ ਉਹਦੇ ਨਾਲ ਇੰਨਾ ਨਾ ਜੁੜ ਜਾਈਏ ਕਿ ਸਾਨੂੰ ਮੁੱਦੇ ਤੋਂ ਵੱਡੀ ਉਹ ਚੀਜ਼ ਲੱਗਣ ਲੱਗ ਜੇ। ਕਿਉਂਕਿ ਜ਼ਮੀਨੀ ਹਕੀਕਤ ਦੇ ਰਹਿ ਕੇ ਸਾਨੂੰ ਹਰ ਇੱਕ ਕਿਸਾਨ ਨੂੰ, ਹਰ ਇੱਕ ਦੁਕਾਨਦਾਰ ਨੂੰ, ਹਰ ਇੱਕ ਕਿਰਤੀ ਨੂੰ ਇਹ ਚੀਜ਼ ਸਮਝਣੀ ਪਊਗੀ ਕਿ ਲੜਾਈ ਸਾਡੀ ਹੈ, ਝੰਡਾ ਵੱਡਾ ਨਹੀਂ ਹੈਗਾ, ਲੜਾਈ ਵੱਡੀ ਹੈ। ਤੇ ਅਸੀਂ ਇਕਜੁੱਟਤਾ ਦੇ ਨਾਲ ਲੜਾਈ ਲੜੀਏ, ਪਲੈਨਿੰਗ ਦੇ ਨਾਲ ਲੜਾਈ ਲੜੀਏ, ਇੱਕ ਆਵਾਜ਼ ਬੋਲੇ ਪੰਜਾਬ। ਅੱਜ ਜੇ ਕਿਸਾਨੀ ਦਾ ਮੁੱਦਾ ਹੈ, ਅੱਜ ਕਿਸਾਨੀ ਇਕੱਲੀ ਦਾ ਮੁੱਦਾ ਨਹੀਂ ਹੈਗਾ, ਕਿਸਾਨੀ ਦੇ ਨਾਲ ਨਾਲ ਚੀਜ਼ਾਂ, ਦੁਕਾਨਦਾਰੀ ਵੀ ਖਤਮ ਹੋਣੀ ਹੈ, ਖਤਮ ਹੋਣਾ ਰੁਜ਼ਗਾਰ। ਜਿਹੜਾ ਲੋਕ ਆਪਾਂ ਕਹਿੰਦੇ ਆ ਕਿ ਕਿਰਤੀ ਲੋਕ ਹੈਗੇ, ਮਜ਼ਦੂਰ ਲੋਕ ਆ, ਉਹਨਾਂ ਦੀ ਗੱਲ ਨਹੀਂ ਹੋ ਰਹੀ, ਮਜ਼ਦੂਰਾਂ ਦੇ ਲਈ ਵੀ ਇਹ ਚੀਜ਼ ਹੈ। ਕਿਉਂਕਿ ਮੈਨੂੰ ਪਤਾ ਕੀ ਲੱਗਦਾ ਵੀਰੇ,
ਜਦੋਂ ਹੁਣ ਗੱਲ ਕਰਦੇ ਹੈਗੇ ਕਿ ਦੇਖੋ ਜੀ ਇੱਥੇ ਸਾਨੂੰ ਜੌਬਾਂ ਕਰਨੀਆਂ ਪੈਣਗੀਆਂ, ਮੇਰਾ ਪਰਸਨਲ ਤੌਰ ਤੇ ਮੰਨਣਾ ਆ ਕਿ ਉੱਥੇ ਜੌਬਾਂ ਨੂੰ ਵੀ ਸਾਨੂੰ ਜਗ੍ਹਾ ਨਹੀਂ ਮਿਲਣੀ। ਮਸ਼ੀਨੀਕਰਨ ਉਹਨਾਂ ਕੋਲ ਇੰਨਾ ਪੈਸਾ ਉਹਨਾਂ ਕੋਲੇ ਕਿ ਉਹ ਅੰਬਾਨੀ ਆ ਨਾ ਜਿਹੜਾ, ਉਹਦਾ ਐਡਾ ਵੱਡਾ ਬਜਟ ਹੈਗਾ ਕਿ ਪੰਜਾਬ ਦੀ ਸਰਕਾਰ ਤੋਂ 27 ਗੁਣਾ ਵੱਡਾ ਬਜਟ ਹੈ ਉਹਦਾ। ਇੰਨਾ ਜ਼ਿਆਦਾ ਉਹਦੇ ਕੋਲੇ ਮਸ਼ੀਨਰੀ ਹੈ, ਸਾਡੀ ਲੋੜ ਨਹੀਂ ਹੈਗੀ ਉਹਨੂੰ। ਪੈਕਿੰਗ ਤੋਂ ਲੈ ਕੇ ਉਗਾਉਣ ਤੋਂ ਲੈ ਕੇ ਪੈਕਿੰਗ ਤੱਕ ਉਹਨਾਂ ਕੋਲੇ ਸਾਰਾ ਕੁਝ ਮਸ਼ੀਨੀਕਰਨ ਕਰਨ ਨੂੰ ਹੈਗਾਗਾ। ਸਾਨੂੰ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਹੀ ਵਿਹਲੇ ਕਰ ਦੇਣਾ ਹੈਗਾ। ਸੋ ਜਿਹੜਾ ਇਹ ਅਸੀਂ ਕਹਿ ਰਹੇ ਹਾਂ ਮਜ਼ਦੂਰ ਬਣ ਜਾਾਂਗੇ, ਅਸੀਂ ਮਜ਼ਦੂਰੀ ਜੋਗੇ ਵੀ ਨਹੀਂ ਰਵਾਂਗੇ। ਨਹੀਂ ਰਵਾਂਗੇ, ਬਿਲਕੁਲ ਨਹੀਂ ਰਵਾਂਗੇ ਜੀ, ਬਿਲਕੁਲ ਵੀ ਨਹੀਂ ਰਵਾਂਗੇ। ਔਰ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀ ਮਜ਼ਦੂਰੀ ਹੈਗੀ, ਇੱਥੋਂ ਦੀ ਮਜ਼ਦੂਰੀ ਨਾਲ ਉਹਦਾ ਬੜਾ ਫਰਕ ਹੋਣਾ ਹੈਗਾ। ਜੋ ਅੱਜ ਮਜ਼ਦੂਰ ਹੈ, ਜੋ ਕਿ ਇੱਕ ਕਿਸਾਨ ਦੇ ਨਾਲ ਇੱਕ ਮਜ਼ਦੂਰ ਲੱਗਿਆ ਹੋਇਆ, ਉਸ ਮਜ਼ਦੂਰੀ ਦਾ ਔਰ ਪ੍ਰਾਈਵੇਟ ਸੈਕਟਰ ਦੀ ਜਿਹੜੀ ਮਜ਼ਦੂਰੀ ਹੈ ਉਹਦਾ ਬੜਾ ਹੀ ਫਰਕ ਹੈਗਾ। ਇਸ ਚੀਜ਼ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਸੋ ਜਿਹੜੀ ਲੜਾਈ ਹੈਗੀ ਬੜੀ, ਅੱਜ ਇਹ ਨਹੀਂ ਹੈਗਾ ਕਿ ਇਹ ਲੜਾਈ ਅੱਜ ਹੀ ਸ਼ੁਰੂ ਹੋਈ ਹੈ। ਦੇਖੋ ਲੜਾਈ ਪਿੱਛੋਂ ਸ਼ੁਰੂ ਹੋ ਕੇ ਆਈ ਹੈ, ਜਦੋਂ ਹਰੀ ਕ੍ਰਾਂਤੀ ਉੱਠੀ ਹੈ। ਹਰੀ ਕ੍ਰਾਂਤੀ ਤੋਂ ਇਹ ਚੀਜ਼ ਚੱਲੀ ਹੈ, ਬੜਾ ਕੁਝ ਹੋਇਆ, ਬੜਾ ਕੁਝ ਉਹਦੇ ਚੋਂ ਆਪਾਂ ਦੇਖ ਕੇ ਨਿਕਲ ਕੇ ਆਏ ਆ ਨਾ। ਤਾਂ ਲੜਾਈ ਇਦਾਂ ਸ਼ੁਰੂ ਵੀ ਨਹੀਂ ਹੋਏਗੀ ਤੇ ਇਦਾਂ ਖਤਮ ਵੀ ਨਹੀਂ ਹੋਣੀਗੀ। ਮੈਨੂੰ ਇਹਦੇ ਵਿੱਚ ਇੱਕ ਸਵਾਲ ਇਹ ਉੱਠਦਾ ਹੈ ਵੀ ਅਸੀਂ ਰਿਲਾਇੰਸ ਦੇ ਪੰਪ ਘੇਰ ਲਏ, ਅਸੀਂ ਮਾਲ ਘੇਰ ਲਏ, ਅਸੀਂ ਟੋਲ ਪਲਾਜ਼ੇ ਘੇਰ ਲਏ, ਜੇ ਅਜੇ ਉਹ ਨਹੀਂ ਸੁਣ ਰਹੇ ਤਾਂ ਸਾਡੇ ਕੋਲ ਹੋਰ ਆਲਟਰਨੇਟ ਕੀ ਹੈ? ਕੀ ਸਾਨੂੰ ਰਿਫਾਈਨਰੀ ਬੰਦ ਕਰਨੀ ਚਾਹੀਦੀ ਹੈ ਕੰਪਲੀਟਲੀ, ਜਾਂ ਇਹੋ ਜਿਹੇ ਕੁਝ ਆਲਟਰਨੇਟ ਦੇਖਣੇ ਚਾਹੀਦੇ ਆ? ਦੇਖੋ ਜੀ ਜਿਹੜੀਆਂ ਚੀਜ਼ਾਂ ਅਸੀਂ ਘੇਰੀਆਂ ਨੇ ਨਾ, ਅਸੀਂ ਮਜ਼ਾਕ ਹੀ ਆ ਉਹਨਾਂ ਲਈ ਹਲੇ ਤੱਕ। ਤਾਂ ਤੁਸੀਂ ਦੇਖੋ ਵੀਰ ਜੀ, ਜੇ ਅਸੀਂ ਇੱਕ ਸਮੁੰਦਰ ਦੇ ਵਿੱਚੋਂ ਇੱਕ ਬਾਲਟੀ ਪਾਣੀ ਦੀ ਕੱਢ ਲਾਂਗੇ ਤਾਂ ਉਹਦੇ ਨਾਲ ਕੀ ਫਰਕ ਪੈਣ ਲੱਗਿਆ। ਜਦੋਂ ਪਿੱਛੇ ਰਿਲਾਇੰਸ ਦੇ ਪੰਪ ਬੰਦ ਸੀ ਨਾ, ਤਾਂ ਮੈਨੂੰ ਸੁਣਨ ਦੇ ਵਿੱਚ ਆਇਆਗਾ ਕਿ ਇੱਕ ਬ੍ਰਦਰ ਨੇ ਮੈਨੂੰ ਦੱਸੀ ਸੀ ਕਿ ਉਹ ਰਿਲਾਇੰਸ ਕੰਪਨੀ ਨੂੰ 5 ਸਾਲ ਤੱਕ ਪੇ ਕਰਦੀ ਰਹੀ ਹੈ, ਜਦੋਂ ਤੱਕ ਪੰਪ ਸਰਕਾਰ ਨੇ ਬੰਦ ਕੀਤੇ ਸੀ। ਠੀਕ ਹੈ ਜੀ, ਇੰਨਾ ਟਾਈਮ ਪੰਪ ਬੰਦ ਰਹੇ ਹੈਗੇ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪਿਆਗਾ। ਇਹ ਬਹੁਤ ਛੋਟੀ ਚੀਜ਼ ਹੈਗੀ। ਹਾਂ, ਇੱਕ ਲੜਾਈ ਦਾ ਅਸੀਂ ਇੱਕ ਉਸ ਨੂੰ ਬਣਾਇਆ ਹੋਇਆ ਹੈ ਕਿ ਇੱਕ ਸਾਨੂੰ ਪਲੇਟਫਾਰਮ ਬਣ ਗਿਆ। ਅਸੀਂ ਇੱਕ ਮੂਵ ਕਰ ਰਹੇ ਹਾਂ ਕਿ ਅਸੀਂ ਗੱਲ ਤੇ ਧਿਆਨ ਦੇਣਾ ਇਹ ਬਣਦਾਗਾ ਕਿ ਪ੍ਰਾਈਵੇਟ ਸੈਕਟਰ, ਮਤਲਬ ਕਿ ਤੁਸੀਂ ਅੱਜ ਜੇ ਅਸੀਂ ਉਹਨੇ ਡਿਪੈਂਡ ਨਹੀਂ ਹੋਏਗੇ, ਲੜਾਈ ਸਾਡੇ ਲਈ ਸੌਖੀ ਵੀ ਬੜੀ ਹੈਗੀ। ਜੇ ਬਹੁਤ ਸਾਰੇ ਪੱਖ ਸਾਡੇ ਕੋਲੇ ਵੀ ਹੈਗਾ ਕਿ ਕਿਸ ਤਰੀਕੇ ਨਾਲ ਲੜਾਈ ਲੜ ਸਕਦੇ ਹਾਂ। ਦੇਖੋ ਜਿਸ ਤਰੀਕੇ ਨਾਲ USA, ਕੈਨੇਡਾ, ਅਮਰੀਕਾ ਦੇ, ਆਪਣੇ ਆਸਟ੍ਰੇਲੀਆ ਵਗੈਰਾ ਕੰਟਰੀਆਂ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਇਨਸਾਨ ਮੰਡੀ ਦੇ ਉੱਤੇ ਪ੍ਰੋਪਰ ਤਰੀਕੇ ਨਾਲ ਨਿਰਭਰ ਹੈ, ਉਹਦੇ ਕੋਲੇ ਆਲਟਰਨੇਟਿਵ ਕੁਝ ਨਹੀਂ ਹੈਗਾਗਾ। ਪਰ ਅੱਜ ਪੰਜਾਬ ਕੋਲੇ ਹੈ। ਅਸੀਂ ਮੰਡੀ ਤੋਂ ਟੁੱਟ ਕੇ ਬੈਠ ਜਾਓ ਘਰੇ, 2 ਸਾਲ ਬੈਠ ਜਾਓ, 3 ਸਾਲ ਬੈਠ ਜਾਓ। ਸਾਡੇ ਬਜ਼ੁਰਗ ਵਿਚਾਰੇ, ਉਹ ਜਿਨ੍ਹਾਂ ਨੇ ਜੀ ਬੜੀ ਵਧੀਆ ਕਿਤਾਬ ਵੀ, ਤੇ ਉਹਨਾਂ ਦਾ ਸਾਰਾ ਅਸੀਂ ਬਹੁਤ ਪੜ੍ਹਦਾ ਰਿਹਾ ਉਹਨਾਂ ਨੂੰ। ਜਸਵੰਤ ਸਿੰਘ ਕੰਵਲ ਬੜੇ ਰਿਸਪੈਕਟਡ ਰਹੇ ਨੇ, ਉਹਨਾਂ ਨੇ ਕਿਤਾਬ ਲਿਖੀ ਸੀ ਇੱਕ ਪੰਜਾਬ ਸਿਆਂ ਜਾਉਣਾ ਕਿ ਮਰਨਾ ਐਸੀ ਕੁਛ। ਉਹਦੇ 'ਚ ਉਹਨਾਂ ਨੇ ਗੱਲ ਲਿਖੀ ਸੀ ਕਿ ਤੁਸੀਂ ਕਣਕ ਹੈ ਨਾ ਜਿਹੜੀ, ਆਪਦੇ ਖਾਣ ਜੋਗੀ ਬੀਜੋ। ਤਾਂ ਇਹ ਲੋਕ ਆ ਨਾ ਜਿਹੜੇ ਤੁਹਾਡੇ ਤੇ ਧੱਕਾ ਕਰਦੇ, ਤੁਹਾਡੇ ਕੋਲੇ ਝੋਲੀ ਅੱਡ ਕੇ ਕਣਕ ਮੰਗਣ ਆਉਣਗੇ। ਕਿ ਸਾਡੀ ਇਹ ਗਲਤੀ ਨਹੀਂ ਸੀਗੀ ਕਿ ਅਸੀਂ ਇੰਨੀ ਚੀਜ਼ ਉਹਨਾਂ ਨੂੰ ਵਾਧੂ ਕਰਕੇ ਦਿੱਤੀ ਕਿ ਅੱਜ ਉਹਨਾਂ ਦਾ ਦਿਮਾਗ ਹੀ ਖਰਾਬ ਹੋ ਗਿਆ ਔਰ ਸਾਨੂੰ ਰਿਟਰਨ ਦੇ ਵਿੱਚੋਂ ਕੀ ਦੇ ਰਹੇ ਆ। ਔਰ ਦੇਖੋ ਇਹਦੇ ਨਾਲ ਸਾਨੂੰ ਆਪਣੀ ਜਿਹੜੀ ਮਾਂ ਹੈਗੀ ਉਹਦੇ ਵਿੱਚ ਅਸੀਂ ਇੰਨੀਆਂ ਕਿ ਜ਼ਹਿਰਾਂ ਘੋਲ ਦਿੱਤੀਆਂ ਨੇ ਨਾ ਕਿ ਸਾਨੂੰ ਉਹਨੂੰ ਵੀ ਅਸੀਂ ਉਹਨੂੰ ਇੱਕ ਆਰਾਮ ਦੇ ਦਿਆਂਗੇ, ਆਪਣੇ ਖਾਣ ਜੋਗੀ ਕਣਕ ਬੀਜ ਲਾਂਗੇ ਥੋੜੀ। ਜਿਵੇਂ ਸਾਡੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਸਾਦਗੀ ਵਾਲੀ ਲਾਈਫ ਰੱਖੋ। ਥੋੜਾ ਸਾਲ 2-3 ਸਾਲ ਅਸੀਂ ਥੋੜਾ ਬੈਕ ਆ ਜਾਈਏ ਨਾ, ਜੇ ਬਾਜ਼ਾਰ ਨਾਲੋਂ ਟੁੱਟੀ ਜੀਏ ਪਿੱਛੇ ਆ ਜਾਾਂਗੇ ਤਾਂ ਇਹ ਚੀਜ਼ਾਂ ਲੋਕ ਅਵੇਅਰ ਹੋ ਜਾਣ। ਔਰ ਆਪਣੇ ਆਪ ਨੂੰ ਜਦੋਂ ਉਹਨਾਂ ਨੇ ਲਾਰਜ ਸਕੇਲ ਤੇ ਖੇਤੀ ਕਰਨੀ ਹੋਊਗੀ ਤਾਂ ਪਹਿਲਾਂ ਪ੍ਰੈਪਰੇਸ਼ਨ ਜ਼ਰੂਰੀ ਹੈ ਕਿਸਾਨ ਦੀ। ਆਪਣੇ ਬੱਚਿਆਂ ਨੂੰ ਨਾਲ ਲੈਣ, ਟੈਕਨੋਲੋਜੀ ਦੇ ਨਾਲ ਜੁੜਨ, ਤਾਂ ਹੋ ਸਕਦਾਗਾ ਕਿ ਇਸ ਤਰੀਕੇ ਨਾਲ। ਮੈਂ ਇਹਨੂੰ ਹੁੱਕ ਐਂਡ ਕਰੁੱਕ ਗੱਲ ਨਹੀਂ ਕਰੂੰਗਾ। ਲੜਾਈ ਲੰਬੀ ਹੈਗੀ। ਅੱਜ ਅਸੀਂ ਇਹਨਾਂ ਨੂੰ ਰੋਕ ਵੀ ਲੈਂਦੇ ਆ, ਰੋਕ ਲਿਆ ਤਾਂ ਇਹਨਾਂ ਨੇ ਬਾਰ-ਬਾਰ ਆਉਣਾ ਹੈਗਾ। ਪਹਿਲਾਂ ਵੀ ਆਏ ਸੀ, 1985 ਦੇ ਵਿੱਚ ਇਹ ਆਏ ਸੀ, ਉਦੋਂ ਇਹ ਫੇਲ ਹੋ ਗਏ, ਚਲੇ ਗਏ। ਹੁਣ ਜਿਹੜਾ ਇਹਨਾਂ ਦਾ ਐਟੀਟਿਊਡ ਹੈ ਨਾ, ਹੁਣ ਜਿਹੜੀ ਗਵਰਨਮੈਂਟ ਹੈ ਵੀਰੇ ਗੱਲ ਕਰਦੀ ਹੈ ਕਿ ਦੇਖੋ ਜੀ ਹੋਰ ਕਿਸੇ ਸਟੇਟ ਦੇ ਵਿੱਚ MSP ਨਹੀਂ ਹੈਗੀ। ਪੰਜਾਬ, ਹਰਿਆਣਾ ਔਰ ਉੱਤਰ ਪ੍ਰਦੇਸ਼ ਇਹ ਕਿਉਂ ਰੌਲਾ ਪਾ ਰਹੇ ਹੈਗੇ, ਜਾਂ ਮੱਧ ਪ੍ਰਦੇਸ਼ ਕਿਉਂ ਰੌਲਾ ਪਾ ਰਹੇ ਹੈਗੇ? ਗੱਲ ਇਦਾਂ ਵੀਰੇ ਕਿ ਗੱਲ ਉਸ ਜਦੋਂ ਅੱਜ ਤੋਂ 25 ਸਾਲ ਪਹਿਲਾਂ, 30 ਸਾਲ ਪਹਿਲਾਂ ਇਹਨਾਂ ਕੋਲੇ ਸਟਰਕਚਰ ਵੀ ਤਿਆਰ ਨਹੀਂ ਸੀ। ਇੱਕ ਮੈਂ ਤੁਹਾਨੂੰ ਪਤੇ ਦੀ ਗੱਲ ਦੱਸ ਦਾਂਗਾ ਕਿ ਮੈਂ ਜੇ ਬਾਹਰ ਰਹਿ ਕੇ ਆਇਆ ਤਾਂ ਨਾ, ਮੈਂ ਇੱਥੇ ਜਦੋਂ ਉਤਰਿਆ 6 ਸਾਲ ਬਾਅਦ ਆਇਆ, ਮੈਂ ਸੁਣਦਾ ਹੁੰਦਾ ਸੀ ਕਿ ਜੀ ਚੰਡੀਗੜ੍ਹ 2 ਘੰਟਿਆਂ 'ਚ ਚਲੇ ਜਾਈਦਾ, ਬਠਿੰਡੇ ਤੋਂ ਬਹੁਤ ਸਪੀਡ। ਜਦੋਂ ਮੈਂ ਉਤਰਿਆ ਤਾਂ ਮੈਨੂੰ ਨਾ ਮਤਲਬ ਕਿ ਚੀਜ਼ ਨੇ ਇੱਕ ਚੀਜ਼ ਨੇ ਝੰਜੋੜਿਆ ਥੋੜਾ ਅੰਦਰੋਂ। ਕੋਈ ਚੀਜ਼ ਸਾਈਨ ਦੇ ਰਹੀ ਸੀ। ਜੋ ਸਟਰਕਚਰ ਹੈ ਨਾ, ਉਹ ਪ੍ਰਾਈਵੇਟੇਸ਼ਨ ਦਾ ਇੱਕ ਉਹਨਾਂ ਦਾ ਪਾਰਟ ਹੈ ਇਹ। ਤਾਂ ਮੈਨੂੰ ਉਹ ਚੀਜ਼ ਸੈਂਸ ਮੈਨੂੰ ਕੁਝ ਲੱਗ ਰਿਹਾ ਸੀਗਾ ਕਿ ਕਿਸੇ ਚੀਜ਼ ਦੀ ਤਿਆਰੀ, ਪ੍ਰੈਪਰੇਸ਼ਨ, ਜੋ ਨੈਸ਼ਨਲਿਜ਼ਮ ਪ੍ਰੋਪਰ ਤਰੀਕੇ ਨਾਲ ਸਟਰੋਂਗ ਹੋ ਰਿਹਾ, ਉਹ ਚੀਜ਼ ਮੈਨੂੰ ਫੀਲ ਹੋਈ। ਤਾਂ ਆਹ ਦੇਖੋ ਅੱਜ ਉਹ ਚੀਜ਼ ਕਨੈਕਟ ਹੋ ਗਈ। ਮੇਰਾ ਜਿਹੜਾ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਕਹਿੰਦੇ ਕਿ ਬਾਕੀ ਸਟੇਟਾਂ ਦੇ ਵਿੱਚ MSP ਨਹੀਂ,
ਜੇ ਹੈਗੀ ਜਾਂ ਨਹੀਂ ਹੈਗੀ ਤਾਂ ਮਤਲਬ ਹੀ ਨਹੀਂ ਬਣਦਾ। ਗੱਲ ਇਹ ਆ ਗਈ ਕਿ ਅੱਜ ਇਹ ਪ੍ਰੋਪਰ ਤਿਆਰ ਹੋ ਗਿਆ ਹੈ। ਅੱਜ ਇਹਨਾਂ ਨੇ ਪੰਜਾਬ ਨੂੰ ਇਸ ਤਰੀਕੇ ਨਾਲ ਦਿੱਲੀ ਨਾਲ ਜੋੜ ਲਿਆ ਕਿ 2-3 ਘੰਟਿਆਂ ਦੇ ਵਿੱਚ ਇੱਥੋਂ ਕਮਿਊਟ ਕਰਕੇ ਸਾਰੀ ਚੀਜ਼ ਚੱਕ ਕੇ 2-3 ਘੰਟਿਆਂ ਦੇ ਵਿੱਚ ਲਿਜਾ ਸਕਦੇ ਲਿਜਾ ਆ। ਸਕਦੇ ਆ। ਪ੍ਰੋਪਰ ਤਰੀਕੇ ਨਾਲ ਉਹ ਉਹਨਾਂ ਜਿਹੜਾ ਨੇ ਟਰਾਂਸਪੋਰਟੇਸ਼ਨ ਵੀ ਵਧੀਆ ਕੀਤੀ, ਉਹ ਆਪਦੇ ਫਾਇਦੇ ਵਾਸਤੇ ਕੀਤੀ ਹੈ। ਸਾਡੇ ਤੋਂ ਪੈਸਾ ਲੈਂਦੇ ਆ ਜੀ ਉਹ। ਸਾਨੂੰ ਅਸੀਂ ਜਦੋਂ ਘਰੋਂ ਨਿਕਲਦੇ ਆ ਸਾਨੂੰ ਤੇਲ ਤੋਂ ਪਹਿਲਾਂ ਟੋਲ ਦਾ ਖਰਚਾ ਸਾਨੂੰ ਸਤਾਉਣ ਲੱਗ ਜਾਂਦਾ ਕਿ ਤੇਲ ਤਾਂ ਚਲੋ ਪੈਣਾ ਹੀ ਪੈਣਾ ਸੀ, ਆ ਟੋਲ ਦਾ ਕਿੰਨਾ ਜ਼ਿਆਦਾ ਐਕਸੈਸ ਦੇ ਵਿੱਚ ਇਹ ਚੀਜ਼ ਹੋ ਰਹੀ ਹੈ। ਸੋ ਜਿਹੜੀ ਇਹ ਚੀਜ਼ ਤਿਆਰ ਕੀਤੀ ਗਈ ਹੈਗੀ, ਗਵਰਨਮੈਂਟਾਂ ਕਹਿੰਦੀਆਂ ਤੁਹਾਡੇ ਲਈ ਅਸੀਂ ਆਹ ਕਰਤਾ, ਸਾਡੇ ਲਈ ਕੁਝ ਨਹੀਂ ਹੋਇਆ। ਸਾਡੇ ਤੋਂ ਤਾਂ ਮਤਲਬ ਕਿ ਹਜੇ ਇਹਨਾਂ ਨੇ ਚੱਕਣਾ ਪਤਾ ਨਹੀਂ ਕਦੋਂ ਆਗਾ, ਪਤਾ ਨਹੀਂ ਕਿੰਨਾ ਕੁ ਮੁਨਾਫਾ ਲੈ ਜਾਣਗੇ। ਇਹਨਾਂ ਨੂੰ ਕਿਹੜਾ ਕੋਈ ਪੁੱਛਣ ਵਾਲਾ ਹੈਗਾਗਾ। ਗੁੰਡਾਗਰਦੀ ਚੱਲ ਰਹੀ ਹੈਗੀ, ਕੋਈ ਸਾਡੀ ਸੁਣਵਾਈ ਨਹੀਂ, ਕਿਤੇ ਕੋਈ ਕਾਨੂੰਨ ਹੈ ਹੀ ਨਹੀਂ ਗਾ ਇਸ ਸਮੇਂ। ਜੇ ਅਸੀਂ ਕਹੀਏ ਕਿ ਅਸੀਂ ਕਾਨੂੰਨੀ ਲੜਾਈ ਇਹਨਾਂ ਚੀਜ਼ਾਂ ਵਿਰੁੱਧ ਲੜ ਲਾਂਗੇ ਤਾਂ ਕਿੱਥੇ ਜਾ ਕੇ ਲੜਾਂਗੇ, ਕਿਤੇ ਸੁਣਵਾਈ ਨਹੀਂ ਹੈਗੀ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਅੱਜ ਇਹ ਪ੍ਰੋਪਰ ਅਗਰੈਸਿਵ ਤਰੀਕੇ ਨਾਲ ਆਏ ਨੇ। ਇਹਨਾਂ ਨੇ ਹੁਣ ਸਟਰਕਚਰ ਤਿਆਰ ਕਰ ਲਿਆ, ਹੁਣ ਇਹ ਪ੍ਰੋਪਰ ਮੂਡ ਦੇ ਵਿੱਚ ਨੇ। ਹੁਣ ਮਤਲਬ ਕਿ ਇਹ ਪਹਿਲਾਂ ਜੇ ਸਲੋ ਸੀ ਤਾਂ ਅੱਜ ਜਿਹੜੀ ਚੀਜ਼ ਪਹਿਲਾਂ ਨੇ 10 ਸਾਲਾਂ ਦੇ ਵਿੱਚ ਕਰਨੀ ਸੀ ਤਾਂ ਉਹਨੂੰ ਇੱਕ ਮਹੀਨੇ ਦੇ ਵਿੱਚ ਕਰਨ ਦੇ ਲਈ ਵੀ ਤਤਪਰ ਹੋ ਚੁੱਕੇ ਨੇ। ਸੋ ਜਿਹੜਾ ਤੁਹਾਡਾ ਕੁਐਸਚਨ ਵੀ ਸੀ ਨਾ ਕਿ ਤੁਹਾਨੂੰ ਕਿਉਂ ਲੱਗਦਾ ਹੈ ਜ਼ਮੀਨਾਂ ਲੈ ਜਾਣਗੇ, ਇਹ ਲੈ ਜਾਣਗੇ ਨਾ, ਤਾਂ ਉਹ ਇਹਨਾਂ ਦੀ ਨੀਅਤ ਤੋਂ ਇਹ ਚੀਜ਼ਾਂ ਦੇਖ ਕੇ ਸਾਰਾ ਲੱਗਦਾਗਾ। ਹੁਣ ਦੇਖੋ ਜੀ ਇਹਨਾਂ ਦਾ ਮਾਡਲ ਹੈ ਜਿਹੜਾ ਸਾਨੂੰ ਜਿੰਨਾ ਚਿਰ ਸਾਡੇ ਦੁਸ਼ਮਣ ਬਾਰੇ ਨਹੀਂ ਪਤਾ ਹੋਊਗਾ, ਜੇ ਅਸੀਂ ਇਹ ਕਹੀ ਜਾਵਾਂ ਕਿ ਮੋਦੀ ਮੁਰਦਾਬਾਦ, ਨਰਿੰਦਰ ਮੋਦੀ ਮੁਰਦਾਬਾਦ ਹੈ ਨਾ, ਤਾਂ ਉੱਦਾਂ ਗੱਲ ਨਹੀਂ ਸੈੱਟ ਆਉਣੀਗੀ। ਸਾਨੂੰ ਸਾਰੀ ਦੁਨੀਆ ਤੇ ਵੀ ਦੇਖਣਾ ਪਊਗਾ ਵੀਰ ਜੀ, ਪੂਰੇ ਵਰਲਡ ਦਾ ਮਾਹੌਲ ਹੀ ਚੇਂਜ ਹੋ ਰਿਹਾ ਹੈਗਾ। ਜਿਹੜੇ ਇਹ 6 ਮਹੀਨੇ ਲੱਗੇ ਇਸ ਦੇ ਵਿੱਚ ਪੂਰੇ ਵਰਲਡ ਦਾ ਦੇਖੋ, ਜਿੱਥੇ ਵੁਹਾਨ ਦੇ ਵਿੱਚ ਜਿੱਥੋਂ ਕਰੋਨਾ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਉੱਥੇ ਬਹੁਤ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਸੀ ਕਿ ਉੱਥੇ 5G ਟਾਵਰ ਲੱਗ ਰਹੇ ਸੀ ਔਰ ਲੋਕਾਂ ਨੂੰ ਉਹਨਾਂ ਚੀਜ਼ਾਂ ਦੇ ਸਿੱਟੇ ਹੈਲਥ ਇਸ਼ੂ ਆਉਣ ਲੱਗ ਗਏ ਸੀ। ਤਾਂ ਲੋਕ ਬੜੇ ਮਾਸ ਲੈਵਲ ਦੇ ਉੱਤੇ ਸੜਕਾਂ ਤੇ ਸੀ ਵੁਹਾਨ ਦੇ ਵਿੱਚ। ਤੁਸੀਂ ਇਸ ਚੀਜ਼ ਨੂੰ ਚਾਹੇ ਇੱਧਰ ਰਿਲੇਟ ਕਰ ਲਓ ਚਾਹੇ ਨਾ ਕਰੋ, ਉਦੋਂ ਇਮੀਡੀਏਟ ਬਾਅਦ ਕਰੋਨਾ ਆਇਆਗਾ। ਉਹ ਚੀਜ਼ ਦਾ 5G ਹੈ ਨਾ, 5G ਐਡੀ ਵੱਡੀ ਟੈਕਨੋਲੋਜੀ ਆ, ਪੰਛੀਆਂ ਨੂੰ ਮਾਰ ਦਿੰਦੀ ਆ, ਕਿੰਨਾ ਕੁਛ ਹੈ ਨਾ। ਉਹਨਾਂ ਚੀਜ਼ਾਂ ਦੀ ਮੈਨੂੰ ਨਹੀਂ ਪਤਾ ਲੋੜ ਹੈ ਜਾਂ ਨਹੀਂ ਹੈ, ਕੀ ਕਰਨ ਜਾ ਰਹੇ ਆ। ਈਵਨ ਦੈਟ ਮੈਂ ਤੁਹਾਨੂੰ ਗੱਲ ਕਰਾਂ ਕਿ ਲੰਡਨ ਦੇ ਵਿੱਚ ਨਾ ਇਹ ਜਿਹੜੇ 5G ਟਾਵਰ ਆ ਲੋਕਾਂ ਨੇ ਖੁਦ ਆਪ ਜਾ ਕੇ ਤੋੜੇ ਆ, ਸਮਝੋ। ਸੋ ਕਹਿਣ ਦਾ ਮਤਲਬ ਕਿ ਲਾਰਜ ਸਕੇਲ ਤੇ ਜਿਹੜਾ ਪ੍ਰਾਈਵੇਟ ਸੈਕਟਰ ਆ ਬਹੁਤ ਵੱਡੀ ਮੂਵ ਕਰ ਰਿਹਾ ਹੈ। ਤੇ ਜੋ ਸਾਨੂੰ ਸਮਝਣਾ ਚਾਹੀਦਾ ਕਿ ਅਸੀਂ ਕਹਿ ਦਿੰਦੇ ਆ ਕਿ ਪੰਜਾਬ ਇਕੱਲੇ ਨਾਲ ਧੱਕਾ ਹੋ ਰਿਹਾ, ਨਹੀਂ, ਹਰਿਆਣਾ ਵੀ ਵਿੱਚ ਹੈ ਸਾਡੇ ਨਾਲ। ਸੋ ਉਹਨਾਂ ਦਾ ਸਿਸਟਮ ਕੀ ਹੈਗਾ ਕਿ ਦੇਖੋ ਜਿਵੇਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਨਾ ਮੈਟਰੋ ਸਿਟੀਜ਼ ਬਣਾਤੀਆਂ ਉਹਨਾਂ ਨੇ, ਸਾਰੇ ਪਿੰਡ ਸਾਫ਼ ਕਰਤੇ। ਸੋ ਇਹਨਾਂ ਦਾ ਸਿਸਟਮ ਕੀ ਹੈਗਾ ਕਿ ਵੱਡੇ ਵੱਡੇ ਅਸੀਂ ਸੜਕਾਂ ਬਣਾਵਾਂਗੇ, ਵੱਡੇ ਵੱਡੇ ਹਾਈਵੇਜ਼ ਹੋਣਗੇ, ਉੱਥੇ 10-10 15-15 ਪਿੰਡ ਅਸੀਂ ਚੱਕ ਕੇ ਇੱਕ ਜਗ੍ਹਾ ਤੇ ਇਕੱਠੇ ਕਰ ਦਿਆਂਗੇ। ਉੱਥੋਂ ਮਤਲਬ ਕਿ ਜਿੱਥੋਂ ਲੋਕਾਂ ਨੂੰ ਕਮਿਊਟ ਕਰਨਾ ਸੌਖਾ ਹੋ, ਜਿੰਨਾ ਕੁ ਤੋਂ ਅਸੀਂ ਕੰਮ ਲੈਣਾਗਾ ਉਹਨਾਂ ਨੂੰ ਨਾਲ ਦੀ ਨਾਲ ਉਹ ਫ੍ਰੀਵੇ ਫੜਿਆ ਤੇ ਕੰਮ ਤੇ ਆਏ। ਇਹ ਪਿੰਡਾਂ ਪੁੰਡਾਂ ਦਾ ਝੰਜਟ ਖਤਮ ਕਰ ਦਿਓ ਤਾਂ ਕਿ ਇੰਨਾ ਜ਼ਿਆਦਾ ਕੰਟਰੋਲ ਹੋ ਜੇ। ਜਿਹੜੀ ਸਟੇਟ ਹੈਗੀ, ਜਿਹੜੀ ਡੀਪ ਸਟੇਟ ਹੈਗੀ, ਉਹ ਹਰ ਇੱਕ ਇਨਸਾਨ ਜਿਹੜਾ ਬੱਚਾ ਪੈਦਾ ਹੋ ਗਿਆ ਉਹਦੇ ਤੱਕ ਰੀਚ ਕਰਨਾ ਚਾਹੁੰਦੀ ਹੈਗੀ। ਸੋ ਇਹ ਇਹਨਾਂ ਦਾ ਇੱਕ ਸਟਰਕਚਰ ਹੈਗਾ ਕਿ ਆਉਣ ਵਾਲੇ 10-15 ਸਾਲਾਂ ਦੇ ਵਿੱਚ ਜਦੋਂ ਐਡੇ ਐਡੇ ਫਲਾਈਓਵਰ, ਐਡੇ ਐਡੇ ਪੁਲ ਬਣ ਗਏ। ਹੁਣ ਵੀ ਅਸੀਂ ਜਦੋਂ ਚੰਡੀਗੜ੍ਹ ਤੋਂ ਪਿੰਡ ਨੂੰ ਆਉਣੇ ਹੈਗੇ ਤਾਂ ਕਿੰਨੇ ਜਿਹੜੇ ਸ਼ਹਿਰ ਆ ਗਏ ਸਾਨੂੰ ਦਿਖਦੇ ਹੀ ਨਹੀਂ ਗੇ ਰਾਹਾਂ ਦੇ ਵਿੱਚ। ਅਸੀਂ ਭੁੱਲਦੇ ਜਾ ਰਹੇ ਹਾਂ ਕਿ ਕਿਹੜੇ ਕਿਹੜੇ ਸ਼ਹਿਰ। ਉਹ ਤਾਂ ਸਾਡੇ ਵਾਸਤੇ ਡਿਵੈਲਪਮੈਂਟ ਹੈ, ਅਸੀਂ ਉਹਨੂੰ ਡਿਵੈਲਪਮੈਂਟ ਕਹਿੰਦੇ ਆ। ਦੇਖੋ ਜੀ, ਹਾਂ ਉਹ ਮੰਨਦੇ ਆ ਡਿਵੈਲਪਮੈਂਟ। ਅਸੀਂ ਲੋਕ ਤਾਂ ਪਹਿਲਾਂ ਵੀ ਚੰਡੀਗੜ੍ਹ ਪਹੁੰਚ ਜਾਂਦੇ ਸੀ, ਦਿੱਲੀ ਕਿਤੇ ਵੀ ਸਾਰੇ ਪਹੁੰਚ ਜਾਂਦੇ ਸੀ, ਪਰ ਇਹ ਡਿਵੈਲਪਮੈਂਟ ਦੀ ਨੀਅਤ ਦੀ ਗੱਲ ਕਰਦੇ ਆ ਕਿ ਉਹਨਾਂ ਨੇ ਜੇ ਕੀਤੀ ਹੈ ਤਾਂ ਕਿਸ ਪੱਖ ਤੋਂ ਕੀਤੀ ਹੈ। ਜੇ ਡਿਵੈਲਪਮੈਂਟ ਤਾਂ ਦੇਖੋ ਸਰਕਾਰ ਤਾਂ ਆਪਣੇ ਆਪ ਨੂੰ ਪ੍ਰਟੈਂਡ ਕਰਕੇ ਨੋਟਬੰਦੀ ਨੂੰ ਵੀ ਡਿਵੈਲਪਮੈਂਟ ਕਹਿੰਦੀ ਹੈ, ਤੁਹਾਡੇ ਸਾਹਮਣੇ ਹੋਈ ਹੈ ਕਿੰਨੀ ਕੁ ਡਿਵੈਲਪਮੈਂਟ ਹੋਈ ਹੈ। GST ਨੂੰ ਵੀ ਕਹਿੰਦੇ ਆ, ਜੰਮੂ ਕਸ਼ਮੀਰ ਨੂੰ ਵੀ ਡਿਵੈਲਪਮੈਂਟ। ਉਹ ਕਹਿੰਦੇ ਸੀਗੇ ਕਿ ਜੇ ਅਸੀਂ ਇਹ ਚੀਜ਼ ਜਿਹੜੀ ਕੀਤੀ ਸੀ ਨਾ ਨੋਟਬੰਦੀ, ਕਿ ਜੀ ਅਸੀਂ ਅੱਤਵਾਦ ਨੂੰ ਅਸੀਂ ਰੋਕਣਾ ਖਤਮ ਕਰ ਦਿਆਂਗੇ। ਕਿੰਨਾ ਕੁ ਅੱਤਵਾਦ ਉਹਨਾਂ ਨੇ ਖਤਮ ਕਰਤਾ ਉਸ ਤੋਂ ਬਾਅਦ। ਤਾਂ ਸਾਰਾ ਕੁਝ ਜੋ ਹੈ ਉੱਥੇ ਅੱਜ ਹੋਰ ਵੀ ਜ਼ਿਆਦਾ ਅਰਾਜਕਤਾ ਫੈਲਾ ਦਿੱਤੀ ਗਈ ਹੈ ਜੰਮੂ ਕਸ਼ਮੀਰ ਦੇ ਵਿੱਚ। ਪਰ ਇਹ ਮੈਨੂੰ ਇਹ ਦੱਸੋ ਵੀ ਇਸ ਘੋਲ ਨੂੰ ਹੁਣ ਅੱਗੇ ਕਿਵੇਂ ਤੋਰੋਗੇ? ਕਿ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਰਿਫਾਈਨਰੀ ਘੇਰੀ ਜਾ ਸਕਦੀ ਹੈ, ਜਾਂ ਜਿਵੇਂ ਭਾਖੜਾ ਦੀ ਆਪਾਂ ਪਹਿਲਾਂ ਆਫ ਦਾ ਰਿਕਾਰਡ ਗੱਲ ਕਰ ਰਹੇ ਸੀ ਵੀ ਭਾਖੜਾ ਡੈਮ ਸਾਡੀ ਧਰਤੀ ਤੇ ਹੋਵੇ, ਦਿੱਲੀ ਨੂੰ ਬਿਜਲੀ ਜਾਂਦੀ ਹੋਵੇ, ਉੱਥੇ 2.5 ਰੁਪਏ ਯੂਨਿਟ ਹੋਵੇ, ਅਸੀਂ 10 ਰੁਪਏ ਪੇ ਕਰ ਰਹੇ ਹਾਂ ਯੂਨਿਟ ਦੇ। ਬਹੁਤ ਮਾੜੀ ਗੱਲ ਆ। ਆਹ ਦੇਖੋ ਜੀ ਨਾ, ਸਾਡੇ ਤੋਂ ਸਿੱਧਾ ਹੀ ਦੇਖੋ ਇਹੀ ਚੀਜ਼ ਹੈ ਨਾ ਕਿ ਜਿਹੜੀ ਉਹ ਸੈਂਟਰ ਅਪ। ਹੁਣ ਦੇਖੋ ਬਹਾਨੇ ਦੇ ਨਾਲ ਸਾਡੇ ਪਾਣੀਆਂ ਦੀ ਕਿ ਜੀ ਅਸੀਂ ਡੈਮਾਂ ਦੀ ਦੇਖਭਾਲ ਅਸੀਂ ਕਰਾਂਗੇ,
ਹੁਣ ਇਹਨਾਂ ਦੀ ਨੀਅਤ ਦਾ ਤਾਂ ਸਾਨੂੰ ਪਤਾ ਨਾ ਕਿ ਚਾਹੁੰਦੇ ਕੀ ਆ ਇਹ। ਅੱਜ ਸਾਡਾ ਸਿਰਫ ਉਹਨਾਂ ਦੀ ਦੇਖਭਾਲ ਦੇ ਜ਼ਰੀਏ ਉਹਨਾਂ ਤੇ ਕੰਟਰੋਲ ਕਰਨਾ ਚਾਹੁੰਦੇ ਆ ਉਹ ਲੋਕ। ਕੰਟਰੋਲ ਕਰਕੇ ਸਾਡੇ ਤੋਂ ਸਾਡਾ ਪਾਣੀ ਉਹ ਖੋਹ ਕੇ ਲਿਜਾਣਾ ਚਾਹੁੰਦੇ ਆ। ਅੱਜ ਹੁਣ ਵੀਰ ਜੀ ਜੇ ਗੱਲ ਕਰੀਏ ਨਾ, ਡਰ ਲੱਗਦਾ ਕਿ ਕਿਸੇ ਹੋਰ ਮੁੱਦੇ ਤੇ ਬੋਲਣ ਤੋਂ ਬੜਾ ਡਰ ਲੱਗਦਾਗਾ ਕਿ ਕਿਸਾਨੀ ਵਾਲੇ ਮੁੱਦੇ ਤੇ ਹੀ ਚੱਲੀਏ। ਹੁਣ ਤਾਂ ਉੱਠਦੇ ਬਹਿੰਦੇ ਜਾਗਦੇ ਰਾਤ ਦੇ ਇੱਕੋ ਹੀ ਗੱਲ ਯਾਦ ਆਉਂਦੀ ਆ ਕਿ ਇਸੇ ਪੱਖ ਤੇ ਹੀ ਚੱਲੀਏ, ਹੈ ਨਾ। ਤਾਂ ਉਹ ਚੀਜ਼ ਜਿਹੜੀ ਕਰ ਰਹੇ ਨਾ ਉਹ, ਤਾਂ ਉਹਨਾਂ ਨੇ ਦੇਖੋ ਪਾਣੀ ਦੇ ਉੱਤੇ ਸਾਡੇ ਤੇ ਡੈਮਾਂ ਦੇ ਉੱਤੇ ਕਬਜ਼ਾ ਇੱਕ ਹਿਸਾਬ ਨਾਲ ਉਹਨਾਂ ਨੇ ਕਰ ਲਿਆ। ਮੈਂ ਪਿੱਛੇ ਅਸੀਂ ਜਾਓਗੇ ਪ੍ਰੀਵੀਅਸ, ਤਾਂ ਮੇਰੀਆਂ ਜਿੰਨੀਆਂ ਵੀ ਸਟੇਜਾਂ ਮੈਂ ਕੀਤੀਆਂ ਸੀਗੀਆਂ, ਤਾਂ ਸਟੇਜਾਂ ਦੇ ਵਿੱਚ ਮੈਂ ਇਹੀ ਗੱਲ ਕੀਤੀ ਸੀ, ਕਿਸਾਨ ਜਥੇਬੰਦੀਆਂ ਨਾਲ ਮੈਂ ਕੰਮ ਕਰ ਰਿਹਾ ਰਲ ਕੇ, ਤਾਂ ਉਹਨਾਂ ਨੂੰ ਹਮੇਸ਼ਾ ਇੱਕੋ ਹੀ ਗੱਲ ਕਰਦਾ ਸੀ, ਜਾਂ ਤਾਂ ਆਪਾਂ ਰਿਫਾਈਨਰੀ ਔਰ ਦੂਸਰਾ ਨੰਗਲ ਡੈਮ ਦੇ ਉੱਤੇ ਜਾਂਦੇ ਹਾਂ, ਆਪਾਂ ਬਿਜਲੀ ਬੰਦ ਕਰਦੇ ਹਾਂ। ਜੇ ਸਾਨੂੰ ਉੱਥੋਂ ਤੱਕ ਨਹੀਂ ਜਾਣ ਦੇਣਾ ਚਾਹੁੰਦੇ, ਉਹ ਦਿੱਲੀ ਨਹੀਂ ਜਾਣਾ ਚਾਹੁੰਦੇ, ਤਾਂ ਅਸੀਂ ਉਹਨਾਂ ਨੂੰ ਮਜਬੂਰ ਕਰਦੇ ਹਾਂ ਕਿ ਉਹ ਇੱਥੇ ਆਉਣ। ਸਾਨੂੰ ਕੋਈ ਵੱਡਾ ਐਕਸ਼ਨ ਜ਼ਰੂਰ ਲੈਣਾ ਪਊ। ਅਸੀਂ ਵੱਡਾ ਐਕਸ਼ਨ ਤਾਂ ਲਵਾਂਗੇ ਜੇ ਅਸੀਂ ਛੋਟੀਆਂ ਚੀਜ਼ਾਂ ਤੋਂ ਉੱਪਰ ਉੱਠਾਂਗੇ। ਹੁਣ ਅਸੀਂ ਪਾਰਟੀਬਾਜ਼ੀਆਂ ਛੱਡਾਂਗੇ, ਹੈ ਨਾ। ਜੇ ਸਾਡੀ ਧਰਤੀ ਹੋਊਗੀ ਤਾਂ ਸਾਰੀਆਂ ਚੀਜ਼ਾਂ ਉਹਦੇ ਨਾਲ ਹੀ ਨੇ ਇਹ। ਜੇ ਸਾਡੇ ਕੋਲੇ ਸਾਡੀ ਮਾਂ ਨਾ ਰਹੀ ਤਾਂ ਬਾਕੀ ਸਾਰੀਆਂ ਚੀਜ਼ਾਂ ਦਾ ਉਹਨਾਂ ਦਾ ਕੋਈ ਵਜੂਦ ਨਹੀਂ ਰਹਿ ਜਾਣਾ। ਤੁਹਾਨੂੰ ਲੱਗਦਾ ਰਿਫਾਈਨਰੀ ਘਿਰਨ ਨਾਲ ਫਰਕ ਪੈ ਜਾਊਗਾ ਉਹਨਾਂ ਨੂੰ? ਦੇਖੋ ਜੀ, ਸਾਨੂੰ ਬੜਾ ਫਰਕ ਪਊ ਉਸ ਚੀਜ਼ ਨਾਲ। ਲੋਕ ਆ ਨਾ ਜਿਹੜੇ ਲੋਕ ਚਾਹੁੰਦੇ ਆ ਇਹਨਾਂ ਅਦਾਰਿਆਂ ਦਾ ਬਾਈਕਾਟ ਕਰੋ। ਇਸ ਮੂਵਮੈਂਟ ਨੂੰ ਬੜਾ ਫਰਕ ਪਊਗਾ। ਦੇਖੋ ਉਹ ਤਾਂ ਹੁਣ ਇੰਨਾ ਜ਼ਿਆਦਾ ਉਹਨਾਂ ਕੋਲੇ ਪੈਸਾ, ਦੇਖੋ ਉਹਨਾਂ ਨੇ ਕਿਹੜਾ ਕਮਾਇਆ ਹੈਗਾ। ਉਹਨਾਂ ਨੇ ਤਾਂ ਜੀ 1000 ਕਰੋੜ ਲੈ ਲੈਣਾ ਇੰਡੀਅਨ ਆਪਣੇ ਬੈਂਕ ਤੋਂ ਚੱਕ ਲੈਣਾ, ਬਾਅਦ ਦੇ ਵਿੱਚ ਮੁੱਕਰ ਜਾਣਾਗਾ। ਉਹਨਾਂ ਲਈ ਕਿਹੜਾ ਕੋਈ ਕਾਨੂੰਨ ਬਣੇ ਹੈਗੇ ਜਾਂ ਕੋਈ ਬਾਹਰ ਚਲਾ ਜਾਂਦਾ। ਦੇਖੋ ਉਹਨਾਂ ਨੇ ਕਮਾਇਆ ਨਹੀਂ, ਕੋਈ ਹੱਕ ਦੀ ਕਮਾਈ ਨਹੀਂ, ਸਾਡੀ ਕਮਾਈ ਆ। ਅੱਜ ਇੱਕ ਪਾਸੇ ਇਕੱਠੀ ਹੋ ਗਈ, ਇੰਨੀ ਕਿ ਜ਼ਿਆਦਾ ਗਈ ਕਿ ਉਹ ਜੇ ਬੰਦ ਵੀ ਚੀਜ਼ਾਂ ਰਹਿਣੀਆਂ ਉਹਨਾਂ ਨੂੰ ਫਰਕ ਨਹੀਂ ਪੈਂਦਾਗਾ, ਹੈ ਨਾ। ਉਹ ਹੁਣ ਗਵਰਨਮੈਂਟ ਵੀ ਇਹੀ ਗੱਲ ਕਰਦੀ ਹੈ ਕਿ ਜੀ ਤੁਸੀਂ ਬੰਦ ਕਰ ਰਹੇ ਹੋ, ਨੁਕਸਾਨ ਹੋਣਾ ਹੈਗਾ। ਤਾਂ ਉਦੋਂ ਨੁਕਸਾਨ ਕਿੱਥੇ ਗਿਆ ਸੀ ਜਦੋਂ 6 ਮਹੀਨੇ ਤੁਸੀਂ ਆਪ ਖੁਦ ਬੰਦ ਕੀਤੀਆਂ ਸੀ ਚੀਜ਼ਾਂ। ਦੇਖੋ ਸੱਚ ਇੱਕ ਵੀਰੇ, ਮੈਂ ਤੁਹਾਨੂੰ ਪ੍ਰਾਈਵੇਟ ਸੈਕਟਰ ਦੀ ਲੋਕਾਂ ਕੋਲੇ ਮੈਂ ਇੱਕ ਗੱਲ ਪਹੁੰਚਾਉਣੀ ਚਾਹਣਾਗਾ ਨਾ। ਸਾਡੇ ਕੀ ਹੋਇਆ ਬ੍ਰਦਰ, ਜਦੋਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਵੀਰ ਜੀ ਇੱਕ ਵੀ ਕੇਸ ਨਹੀਂ ਸੀਗਾ ਕਰੋਨਾ ਦਾ, ਔਰ ਕੱਲੀ ਰਿਫਾਈਨਰੀ ਦੇ ਵਿੱਚ 100 ਤੋਂ ਲੈ ਕੇ 150 ਕੇਸ ਤੱਕ ਆ ਗਿਆ ਸੀ। ਅਸੀਂ ਲੋਕਾਂ ਨੇ ਡਿਮਾਂਡ ਕੀਤੀ ਕਿ ਦੇਖੋ ਜੀ ਹੁਣ ਕਿਤੇ ਕੇਸ ਨਹੀਂ ਹੈ, ਤੁਸੀਂ ਇਹਨੂੰ ਚੀਜ਼ ਨੂੰ ਬੰਦ ਕਿਉਂ ਨਹੀਂ ਕਰਦੇਗੇ। ਬਠਿੰਡੇ ਜ਼ਿਲ੍ਹੇ ਦੇ ਵਿੱਚ ਅੱਜ ਜੇ ਕੋਈ ਚੀਜ਼ ਆਊਗੀ ਤਾਂ ਰਿਫਾਈਨਰੀ ਦੇ ਵਿੱਚੋਂ ਨਿਕਲ ਕੇ ਆਊਗੀ, ਔਰ ਉਹਦੀ ਦਿਨ ਬਰ ਦਿਨ ਤਾਦਾਦ ਉਹਦੀ ਵੱਧਦੀ ਜਾ ਰਹੀ ਸੀ। ਤੁਸੀਂ ਦੇਖੋ ਵੀਰ ਜੀ ਕਿੱਡੀ ਜ਼ਿਆਦਾ ਸਪੋਰਟ ਹੈ ਗਵਰਨਮੈਂਟਾਂ ਦੀ ਇਹਨਾਂ ਚੀਜ਼ਾਂ ਨੂੰ ਕਿ ਸਭ ਕੁਝ ਬੰਦ ਕਰਤਾ। ਗਰੀਬ ਲੋਕਾਂ ਨੂੰ ਮਾਰਤਾ ਇਹਨਾਂ ਨੇ, ਕਰਫਿਊ ਲਾਤੇ, ਸਭ ਕੁਝ ਕੀਤਾ। ਪਰ ਵੀਰ ਜੀ 1 ਘੰਟੇ ਲਈ ਵੀ ਰਿਫਾਈਨਰੀ ਨਹੀਂ ਬੰਦ ਕਰ ਸਕੇ ਉਹ ਲੋਕ। ਤਾਂ ਸਾਨੂੰ ਇਸ ਕਰਕੇ ਲੱਗਦਾ ਹੈਗਾ ਕਿ ਜੇ ਉਦੋਂ ਇਹ ਚੀਜ਼ਾਂ ਨੂੰ ਇਹਨਾਂ ਨੇ ਇੰਨਾ ਪੁਸ਼ ਕਰਕੇ ਚਲਾਇਆ ਕਿ ਲੋਕਾਂ ਦੀ ਜਾਨ ਮਾਲ ਦੀ ਵੀ ਇਹਨਾਂ ਨੇ ਕੇਅਰ ਨਹੀਂ ਕੀਤੀ ਕਿ ਲੋਕ ਮਰਦੇ ਆ ਮਰਨ ਦਿਓ, ਸਾਨੂੰ ਕੋਈ ਪ੍ਰੋਬਲਮ ਨਹੀਂ, ਕਰੋਨਾ ਹੁੰਦਾ ਹੋਣ ਦਿਓ, ਤਾਂ ਉਦੋਂ ਇਹਨਾਂ ਨੇ ਜੇ ਬੰਦ ਨਹੀਂ ਕੀਤਾ, ਅੱਜ ਸਾਨੂੰ ਲੱਗਦਾ ਕਿ ਸ਼ਾਇਦ ਇਹਨਾਂ ਨੂੰ ਬੰਦ ਕਰੇ ਨਾ ਕੋਈ ਫਰਕ ਪਊਗਾ। ਆਪਣੀ ਸੋਚ ਨਹੀਂ ਹੈ ਨਾ, ਅਸੀਂ ਇਸ ਤਰੀਕੇ ਨਾਲ ਸੋਚਦੇ ਹਾਂ ਕਿ ਜਦੋਂ ਉਦੋਂ ਨਹੀਂ 6 ਮਹੀਨੇ ਬੰਦ ਕੀਤਾ। ਸੋ ਉਹ ਚੀਜ਼ ਹੈਗਾ ਜਿਹੜਾ ਸਾਡਾ ਨੰਗਲ ਡੈਮ ਵਾਲਾ ਹੈਗਾ, ਉਹ ਸਾਡਾ ਇਹ ਹੈਗਾ ਕਿ ਅਸੀਂ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਹਾਂਗੇ ਕਿ ਜੇ ਤੁਹਾਡਾ ਸਟੇਟ ਨਾਲ ਸਾਡੇ ਇਸ ਤਰੀਕੇ ਨਾਲ ਅਫੇਅਰ ਰੱਖਣੇ ਹੈਗੇ ਤਾਂ ਸਟੇਟ ਕੋਲੇ ਵੀ ਫਿਰ ਬਹੁਤ ਕੁਛ ਹੈਗਾ, ਲੋਕਾਂ ਕੋਲੇ ਬਥੇਰਾ ਕੁਛ ਹੈਗਾ, ਆਵਾਮ ਹੈ ਬਹੁਤ ਕੁਛ ਕਰ ਸਕਦੀ ਹੈਗੀ, ਹੈ ਨਾ। ਇਹ ਚੀਜ਼ਾਂ ਅਸੀਂ ਮੈਸੇਜ ਲੋਕਾਂ ਨੂੰ ਦੇਣਾ, ਉਤਸ਼ਾਹ ਦੇਣਾ ਚਾਹੁੰਦੇ ਹਾਂਗੇ। ਬਹੁਤ ਵਧੀਆ ਉਤਸ਼ਾਹ ਮਿਲ ਰਿਹਾ ਹੈਗਾ। ਜਾਵਾਂਗੇ ਜਿੱਥੇ ਵੀ ਜਾਓਗੇ ਤੁਸੀਂ, ਲੋਕ ਸੜਕਾਂ ਤੇ ਨੇ, ਲੋਕ ਚਾਹੁੰਦੇ ਨੇ ਕਿ ਇਸ ਚੀਜ਼ ਦਾ ਮਸਲਾ ਹੈਗਾ। ਸਾਨੂੰ ਇਸ ਸਮੇਂ ਦੇ ਉੱਤੇ ਲੀਡਰ ਦੀ ਲੋੜ ਹੈਗੀ, ਸਾਡੇ ਅੱਗੇ ਖੜ ਕੇ ਇੱਕ ਝੰਡੇ ਦੀ ਲੋੜ ਹੈਗੀ। ਸਾਨੂੰ ਸਾਰੀਆਂ ਚੀਜ਼ਾਂ ਨੂੰ ਕੋਲੈਬੋਰੇਟ ਕਰਕੇ ਇੱਕ ਜਗ੍ਹਾ ਤੇ ਆਈਏ। ਅਸੀਂ ਇਸ ਚੀਜ਼ ਨੂੰ ਜੇ ਅੱਜ ਜਿੱਤਾਂਗੇ ਤਾਂ ਸਾਡੇ ਉਸ ਚੀਜ਼ ਨਾਲ ਮਸਲੇ ਸਾਡੇ ਹੋਰ ਵੀ ਬਹੁਤ ਹੱਲ ਹੋਣਗੇ ਜੋ ਇਹਦੇ ਨਾਲ ਰਿਲੇਟਡ ਨੇ। ਇੱਕ ਇਸ ਚੀਜ਼ ਨੂੰ ਬੜਾ ਛੋਟਾ ਕਰ ਦਿੱਤਾ ਜਾਂਦਾ ਹੈਗਾ ਹਰ ਇੱਕ ਜਗ੍ਹਾ ਤੇ। ਸੋਸ਼ਲ ਮੀਡੀਆ ਤੇ ਦੇਖਦੇ ਆ ਇਹ ਤਾਂ ਜੀ ਕਿਸਾਨਾਂ ਦਾ ਐਜੀਟੇਸ਼ਨ ਹੈ, ਨਹੀਂ, ਇਹ ਅੱਜ ਸਾਰੇ ਪੰਜਾਬ ਦਾ ਹੀ ਐਜੀਟੇਸ਼ਨ ਹੈ ਜੀ। ਕਿਉਂਕਿ ਜਿਹੜਾ ਇਨਸਾਨ ਇੱਥੇ ਆ ਰਿਹਾ ਨਾ, ਅੱਜ ਮਤਲਬ ਕਿ ਦੇਖੋ ਪਿੱਛੇ ਜਾਂਦੇ ਸੀ ਨਾ ਤਾਂ ਉਦੋਂ ਸਿਸਟਮ ਕੀ ਹੁੰਦਾ ਸੀ ਕਿ ਧੱਕੇ ਦੇ ਨਾਲ ਉਦੋਂ ਤਾਨਾਸ਼ਾਹੀ ਰਾਜ ਹੁੰਦਾ ਸੀ। ਕਹਿੰਦੇ ਸੀਗੇ, ਆਪਾਂ ਸੁਣਦੇ ਹੁੰਦੇ ਸੀ ਕਿ ਜੀ 40 ਮਣ ਜਨੇਊ ਲਾ ਕੇ ਰੰਗ ਜੇ ਫਿਰ ਰੋਟੀ ਖਾਂਦਾਗਾ। ਤਾਂ ਜਿਹੜਾ ਕਾਰਪੋਰੇਟ ਸੈਕਟਰ ਆ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੋਰ ਹੁੰਦਾਗਾ। ਤਾਂ ਮੈਂ ਦੱਸਣਾ ਚਾਹਣਾ ਲੋਕਾਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੁਕੇਸ਼ ਅੰਬਾਨੀ ਆ ਨਾ, ਇਹਨੇ ਰੱਬ ਬਣ ਜਾਣਾ ਸਾਡਾ, ਔਰ ਇਹ ਚੀਜ਼ਾਂ ਹੋਣਗੀਆਂ। ਲੋਕਾਂ ਨੂੰ ਲੋਕਾਂ ਨੂੰ ਉਹਨੂੰ ਇੱਕ ਰੱਬ ਦੀ ਤਰ੍ਹਾਂ ਪੂਜਣਾ ਪੈਣਾ, ਕਿਉਂਕਿ ਸਾਰਾ ਕੰਟਰੋਲ ਉਹਦੇ ਹੱਥ ਦੇ ਵਿੱਚ ਹੋਣਾ ਹੈ। ਲਾ ਕੇ ਗਵਰਨਮੈਂਟ ਤੋਂ ਗ੍ਰਾਸ ਰੂਟ ਤੱਕ ਹਰ ਇੱਕ ਚੀਜ਼ ਉਹਦੇ ਕੰਟਰੋਲ ਦੇ ਵਿੱਚ ਹੋਣੀ ਹੈ। ਔਰ ਉਹ ਕਿਹਦੇ ਕੰਟਰੋਲ ਦੇ ਵਿੱਚ, ਜਿਹੜੀਆਂ ਸਰਕਾਰਾਂ ਨੇ ਉਹ ਉਹਨਾਂ ਦੇ ਕੰਟਰੋਲ 'ਚ ਰਹਿਣੀਆਂ। ਤਾਂ ਓਬਵੀਅਸ ਗੱਲ ਹੈ, ਤੁਹਾਨੂੰ ਜਿਵੇਂ ਐਗਜ਼ਾਮਪਲਾਂ ਦਿੱਤੀਆਂ ਮੈਂ ਕਿ ਕਰੋਨਾ ਕਾਲ ਦੇ ਵਿੱਚ ਚੀਜ਼ਾਂ ਨਹੀਂ ਬੰਦ ਹੋਈਆਂ ਇਹ, ਹੈ ਨਾ। ਬਾਬੇ ਨਾਨਕ ਜੀ ਨੇ ਕਿਹਾ ਸੀ ਕਿ ਅੰਧਕੂਪ ਜਿੱਥੇ ਇੱਕ ਜਗ੍ਹਾ ਉੱਥੇ ਜਾ ਕੇ ਵਿਨਾਸ਼ ਹੋ ਜਾਂਦਾ ਹਰੇਕ ਚੀਜ਼ ਦਾ। ਤਾਂ ਜਿਹੜੀ ਪਾਵਰ ਹੈ ਤਾਂ ਉਹ ਇਨਸਾਨ ਹੀ,
ਤੇ ਜਦੋਂ ਇੱਕ ਇਨਸਾਨ ਕੋਲੇ ਇੰਨੀ ਜ਼ਿਆਦਾ ਪਾਵਰ ਹੋ ਜੂਗੀ ਤਾਂ ਉਸ ਤੋਂ ਬਾਅਦ ਉਹਦੇ ਤੇ ਡਿਪੈਂਡ ਕਰਦਾ ਹੈ ਕਿ ਉਹਦਾ ਦਿਮਾਗ ਕਿਸੇ ਵੀ ਸਮੇਂ ਖਰਾਬ ਹੋ ਸਕਦਾ ਕਿ ਉਹ ਕਿੱਧਰ ਨੂੰ ਮੂਵ ਕਰੂਗਾ। ਬਿਲਕੁਲ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਔਰ ਮੈਨੂੰ ਲੱਗਦਾ ਹੈ ਕਿ ਇਹ ਸਟ੍ਰੈਟਜੀ ਨੂੰ ਸਮਝਣਾ ਔਰ ਸਟ੍ਰੈਟਜੀ ਨੂੰ ਲੋਕਾਂ ਤੱਕ ਲਿਜਾਣਾ ਬੜਾ ਲਾਜ਼ਮੀ ਹੈ, ਔਰ ਇਹ ਕੰਮ ਤੁਸੀਂ ਬਖੂਬੀ ਨਿਭਾਉਂਦੇ ਰਹੋਗੇ। ਧੰਨਵਾਦ ਵੀਰ ਜੀ, ਔਰ ਤੁਹਾਡੇ ਤੋਂ ਵੀ ਬੜੀ ਉਮੀਦ ਰੱਖਾਂਗਾ ਕਿ ਤੁਸੀਂ ਵੀ ਸਾਰੇ ਏਰੀਆ ਦੇ ਵਿੱਚ ਜਾ ਕੇ ਕਮਿਊਟ ਕਰਕੇ ਸਾਰੇ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ ਉਹਨੂੰ ਆਪਣੇ ਕਵਰੇਜ ਰਾਹੀਂ ਸਾਰਿਆਂ ਨੂੰ ਦਿਖਾਓ ਕਿ ਕਿਉਂਕਿ ਉਧਰ ਸਾਡੇ ਏਰੀਆ ਦੇ ਵਿੱਚ ਸਾਨੂੰ ਫੀਲ ਹੋਈ ਹੈ ਇਹ ਚੀਜ਼, ਤਾਂ ਤੁਹਾਡਾ ਵੈਲਕਮ ਕਰਾਂਗੇ ਔਰ ਸਾਰੇ ਹੋਰ ਮਿੱਤਰਾਂ ਦਾ ਵੀ ਵੈਲਕਮ ਕਰਾਂਗੇ ਕਿਉਂਕਿ ਸਾਨੂੰ ਹੋਰ ਤਾਂ ਕੋਈ ਜਿਹੜਾ ਨੈਸ਼ਨਲ ਮੀਡੀਆ ਉਹ ਸਾਨੂੰ ਦਿਖਾਉਣ ਤੋਂ ਮਤਲਬ ਕਿ ਮੁਨਕਰ ਹੋ ਚੁੱਕਿਆ ਗਿਆ। ਹਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਜਾਵਾਂਗੇ, ਜਾਣਾ ਹੀ ਪੈਣਾ, ਸਾਨੂੰ ਤੋਂ ਬਿਨਾਂ ਹੱਲ ਨਹੀਂ, ਸ਼ਾਇਦ ਉਦੋਂ ਸਾਨੂੰ ਸ਼ਾਇਦ ਉਹ ਕਵਰ ਕਰਨ। ਅੱਜ ਤਾਂ ਤੁਹਾਡਾ ਹੀ ਸਹਾਰਾ ਹੈਗਾ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ, ਤੁਸੀਂ ਸਮਾਂ ਦਿੱਤਾ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਪੰਜਾਬੀ। ਸੋ ਇਸ ਪੇਸ਼ਕਸ਼ 'ਚ ਇਹਨਾਂ ਇਜਾਜ਼ਤ ਦਿਓ। ਕੈਮਰਾ ਪਰਸਨ ਪਰਵਿੰਦਰ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਡੇਲੀ ਪੋਸਟ, ਲਾਡੋਵਾਲ।